ਸਾਨੂੰ ਸੁਣਨ 'ਚ ਆਇਆ ਸੀਗਾ, ਕੋਈ ਪੁਖਤਾ ਸਬੂਤ ਤਾਂ ਨਹੀਂ ਮਿਲੇ, ਬਟ ਸਾਡੇ ਸੁਣਨ 'ਚ ਆਇਆ ਸੀਗਾ ਕਿ ਬਲੈਕ ਮਾਰਕੀਟਿੰਗ ਹੋ ਰਹੀ ਹੈ ਅਤੇ ਗੌਰਮੈਂਟ ਦੇ ਧਿਆਨ 'ਚ ਵੀ ਆਇਆ ਸੀਗਾ ਅਤੇ ਸਬੂਤ ਤਾਂ ਚਲੋ ਸਾਨੂੰ ਨਹੀਂ ਮਿਲੇ। ਅਸੀਂ ਟਰਾਈ ਕੀਤਾ ਕਿ ਕਿਤੋਂ ਕੋਈ ਲੋਕ ਲੈ ਰਹੇ ਆ, ਇਸ ਕਰਕੇ ਗੌਰਮੈਂਟ ਨੇ ਇਹਦੇ 'ਚ ਨੋਡਲ ਆਫਿਸਰਸ ਅਪਾਇੰਟ ਕਰ ਦਿੱਤੇ। ਇਹੀ ਇੱਕ ਬਲੈਕ ਮਾਰਕੀਟਿੰਗ ਦਾ ਸਭ ਤੋਂ ਵੱਡਾ ਕਾਰਨ ਹੈ ਕਿ 1500 ਇੰਜੈਕਸ਼ਨ ਉਸ ਕੰਪਨੀ ਨੂੰ ਦੇ ਦਿੱਤੇ ਗਏ, ਉਸ ਸਟਾਕਿਸਟ ਨੂੰ ਦੇ ਦਿੱਤੇ ਗਏ, ਬਾਕੀ 8 ਸਟਾਕਿਸਟਾਂ ਨੂੰ ਇੰਜੈਕਸ਼ਨ ਨਹੀਂ ਦਿੱਤਾ ਗਿਆ। ਇਹਦੇ 'ਚ ਕੌਣ ਲੋਕ ਇਨਵੋਲਵ ਹੈ? ਇਹਦੇ 'ਚ ਜਿਹੜੇ ਬੰਦੇ ਇਨਵੋਲਵ ਹੈ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਕਹਿੰਦੇ ਆ ਜਾਂ ਛੋਟੇ ਜਾਂ ਕੋਈ ਜਾਂ ਉਹਨਾਂ ਨੂੰ ਕਾਨੂੰਨ ਦਾ ਗਿਆਨ ਨਹੀਂ ਹੈਗਾ। ਇਹਦਾ ਸਿਸਟਮ ਬਣਾਇਆ ਸਰਕਾਰ ਨੇ ਕਿ ਜਿਹੜੇ ਹਸਪਤਾਲ 'ਚ ਪੇਸ਼ੈਂਟ ਦਾਖਲ ਹੈ ਉਹ ਹਸਪਤਾਲ ਸਾਡੇ ਹੋਲਸੇਲਰ ਮੈਂਬਰ ਨੂੰ ਡਿਮਾਂਡ ਭੇਜਦਾ, ਉਹ ਉੱਥੇ ਆਪਣੇ इंजेक्शन भेज दिंदा। D4 न्यूज़ देख रहे तमाम दोस्तों को दीपक भंडारी का नमस्कार। आज हम पहुंचे हैं करड़ा शेर सिंह होलसेल दवाओं की ये मार्केट है। लगातार रेमडेसिविर को लेकर शॉर्टेज बनी हुई है। कई तरह की शिकायतें हमारे पास आ रही हैं कि रेमडेसिविर की ब्लैक मार्केटिंग हो रही है। इस सच्चाई का पता लगाने हम पहुंचे हैं आज करड़ा शेर सिंह मार्केट में। हमारे साथ कुछ डिस्ट्रिक्ट केमिस्ट एसोसिएशन के लोग भी हैं, उनसे बात करते हैं कि आखिरकार ये रेमडेसिविर की जो स्थिति बनी हुई है ये क्या कहाँ तक सही है और क्या होना चाहिए ताकि ये ठीक हो सके। नमस्कार जी, पहले थोड़ा नाम? मैं विशाल देवराज, प्रेजिडेंट डिस्ट्रिक्ट केमिस्ट एसोसिएशन अमृतसर। तो विशाल जी, रेमडेसिविर ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਾਡੇ ਕੋਲ ਸ਼ਿਕਾਇਤਾਂ ਪਹੁੰਚੀਆਂ। रेमडेसिविर ਜਿਹੜਾ ਹੈ ਉਹਦੀ ਬਲੈਕ ਮਾਰਕੀਟਿੰਗ ਹੋ ਰਹੀ ਹੈ ਜਾਂ ਲੋਕਾਂ ਨੂੰ ਮਿਲ ਨਹੀਂ ਰਿਹਾ, ਸ਼ਾਰਟ ਰਹਿੰਦਾ ਹੈ, ਇਹ ਕਿਆ ਸੱਚ ਹੈ? ਦੇਖੋ ਭੰਡਾਰੀ ਸਾਹਿਬ, ਇਹ 'ਚ ਤਾਂ ਕੋਈ ਦੋ ਰਾਏ ਨਹੀਂ ਹੈ। ਰੈਮਡੇਸਿਵਿਰ ਇੰਜੈਕਸ਼ਨ ਜਿਹੜਾ ਅੱਜ ਦੀ ਡੇਟ 'ਚ ਨੇਸ਼ਨ ਵਾਈਡ ਸ਼ਾਰਟੇਜ ਚੱਲਦੀ ਪਈ ਆ, ਲੇਕਿਨ ਉਹਦੇ ਵਿੱਚ ਦੋ ਜਿਹੜੇ ਪ੍ਰਮੁੱਖ ਕਾਰਨ ਹੈਗੇ ਆ ਸ਼ਾਰਟੇਜ ਦੇ। ਇੱਕ ਤਾਂ ਪ੍ਰੋਡਕਸ਼ਨ ਦਾ ਡਿਮਾਂਡ ਦਾ ਕੋਈ ਤਾਲਮੇਲ ਨਹੀਂ ਹੈ, ਪ੍ਰੋਡਕਸ਼ਨ ਘੱਟ ਹੈ, ਡਿਮਾਂਡ ਜ਼ਿਆਦਾ ਹੈ। ਔਰ ਉਸ ਤੋਂ ਬਾਅਦ ਜਿਹੜਾ ਦੂਸਰਾ ਫੈਕਟਰ ਹੈ ਜਿਹੜਾ ਉਹਦਾ ਡਿਸਟ੍ਰੀਬਿਊਸ਼ਨ ਆ, ਜਿਹੜੀ ਐਲੋਕੇਸ਼ਨ ਆ ਉਸ ਇੰਜੈਕਸ਼ਨ ਦੀ, ਜਿਹੜੀ ਡਿਸਟ੍ਰੀਬਿਊਸ਼ਨ ਆ ਉਹ ਕਿਸੇ ਨਾ ਕਿਸੇ ਲੈਵਲ ਤੇ ਸਾਨੂੰ ਚੈੱਕ ਕਰਨੀ ਪਏਗੀ ਕਿ ਰੈਸ਼ਨਲ ਨਹੀਂ ਹੈਗੀਆਂ। ਅਸੀਂ ਕੀ ਕੀਤਾ ਕੀ ਆ, ਕੰਪਨੀਆਂ ਨੇ ਉਹਨੂੰ ਕਿਸੇ ਨਾ ਕਿਸੇ ਸਟਾਕਿਸਟਾਂ ਨੂੰ ਮੋਨੋਪੋਲਾਈਜ਼ ਬੇਸ ਤੇ ਉਸ ਇੰਜੈਕਸ਼ਨ ਨੂੰ ਡਿਸਟ੍ਰੀਬਿਊਟ ਕਰਨਾ ਸ਼ੁਰੂ ਕੀਤਾ। ਜੇ ਅਸੀਂ ਆਪਣੇ ਸਾਰੇ ਪ੍ਰੋਡਕਟ ਦੇਖੀਏ, ਕਿਸੇ ਵੀ ਕੰਪਨੀ ਦਾ ਲੈ ਲਈਏ, ਸਿਪਲਾ ਦਾ ਲੈ ਲਈਏ, ਹੈਟਰੋ ਦਾ ਲੈ ਲਈਏ ਜਾਂ ਜੁਬਲੈਂਡ ਦਾ, ਉਹਨਾਂ ਦੇ 4 ਜਾਂ 5 6 ਸਟਾਕਿਸਟ ਇੱਥੇ। ਲੇਕਿਨ ਰੈਮਡੇਸਿਵਿਰ ਇੰਜੈਕਸ਼ਨ ਜਿਹੜਾ ਸਪੈਸੀਫਾਈਡ ਸਟਾਕਿਸਟਾਂ ਨੂੰ ਹੀ ਸਪਲਾਈ ਹੋ ਰਿਹਾ, ਜਿਹੜਾ ਇੱਕ ਬੜਾ ਮੇਜਰ ਫੈਕਟਰ ਹੈ ਜਿਹੜਾ ਬਲੈਕ ਮਾਰਕੀਟਿੰਗ ਦਾ ਬੰਦਾ ਪਿਆ। ਮੇਰੀ ਪ੍ਰਸ਼ਾਸਨ ਦੇ ਅੱਗੇ, ਐਡਮਿਨਿਸਟ੍ਰੇਸ਼ਨ ਦੇ ਅੱਗੇ, ਕੰਪਨੀਆਂ ਦੇ ਅੱਗੇ, ਸਾਰਿਆਂ ਅੱਗੇ ਰਿਕੁਐਸਟ ਹੈ ਕਿ ਇਹਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹ ਐਲੋਕੇਸ਼ਨ ਜਿਹੜੀ ਰੈਸ਼ਨਲ ਬੇਸ ਤੇ ਕੀਤੀ ਹੈ, ਹਰ ਸਟਾਕਿਸਟ ਨੂੰ ਅਵੇਲੇਬਲ ਕੀਤਾ ਜਾਏ। ਅੱਜ ਦੀ ਡੇਟ ਜੇ ਅਸੀਂ ਸਾਰਾ ਪ੍ਰੋਸੈਸ ਸਟਾਕਿਸ਼ਿਪ ਦਾ ਦੇਖੀਏ ਤੇ ਕੋਈ ਕੰਪਨੀ MNC ਜਦੋਂ ਇੱਥੇ ਇੰਡੀਆ 'ਚ ਲਾਂਚ ਕਰਦੀ ਹੈ, ਉਹਦਾ ਇੱਕ ਡਿਸਟ੍ਰੀਬਿਊਸ਼ਨ ਨੈਟਵਰਕ ਨਾਲ ਟਾਈ ਅਪ ਹੁੰਦਾ। ਉਹਦਾ ਐਡਵਾਂਟੇਜ ਇਹ ਹੁੰਦਾ ਕਿ ਬੰਬੇ ਜੋ ਪ੍ਰੋਡਕਟ ਆਉਂਦਾ ਤੇ ਤੁਸੀਂ ਦੇਖੋਗੇ ਬਾਰਡਰ ਤੇ ਉਹ ਪ੍ਰੋਡਕਟ ਅਵੇਲੇਬਲ ਹੋ ਜਾਂਦਾ ਵਿਦਿਨ 5 to 10-15 ਡੇਜ਼। ਉਹਦਾ ਕਾਰਨ ਕੀ ਹੈ? ਸਟਰੋਂਗ ਡਿਸਟ੍ਰੀਬਿਊਸ਼ਨ ਨੈਟਵਰਕ। ਲੇਕਿਨ ਜੇ ਅਸੀਂ ਉਹੀ ਡਿਸਟ੍ਰੀਬਿਊਸ਼ਨ ਨੈਟਵਰਕ ਨੂੰ ਬੜਾ ਸੰਕੁਚਿਤ ਕਰ ਦਾਂਗੇ, ਬੜੇ ਲਿਮਟਿਡ ਦਾਇਰੇ ਦੇ ਅੰਦਰ ਕਰ ਦਿਆਂਗੇ ਤੇ ਉਹਦੀ ਅਵੇਲੇਬਿਲਿਟੀ ਵੀ ਇਫੈਕਟ ਕਰੇਗੀ, ਉਹਦੀ ਪ੍ਰਾਈਸਿੰਗ ਵੀ ਇਫੈਕਟ ਕਰੇਗੀ। ਤੇ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਇਹਦੇ ਬਾਰੇ ਖਾਸ ਧਿਆਨ 'ਚ ਰੱਖਣ। ਤੁਹਾਡਾ ਕਹਿਣਾ ਵੀ ਰੈਸ਼ਨਲਾਈਜੇਸ਼ਨ ਹੋਣੀ ਚਾਹੀਦੀ ਹੈ, ਕੰਪਨੀਆਂ ਜਿਹੜੀਆਂ ਪਿਕ ਐਂਡ ਚੂਜ਼ ਦੀ ਪਾਲਿਸੀ ਨਹੀਂ ਅਪਣਾਉਣੀ ਚਾਹੀਦੀ ਵੀ ਸਭ ਨੂੰ ਬਰਾਬਰ ਡਿਸਟ੍ਰੀਬਿਊਟ ਕਰਨ ਸਮਾਨ। ਬਿਲਕੁਲ ਇਸ ਤਰ੍ਹਾਂ ਚਾਹੀਦਾ। ਹੁਣ ਜਿਸ ਤਰ੍ਹਾਂ ਮੇਰੇ ਕੋਲ ਇੱਕ ਡਿਟੇਲ ਆਈ ਹੈ, ਮੈਂ ਤੁਹਾਨੂੰ ਸਾਂਝਾ ਕਰਾਂਗਾ। 1500 ਇੰਜੈਕਸ਼ਨ ਦੇ ਕੋਲ ਕਿਸੇ ਇੱਕ ਪਾਰਟੀ ਨੂੰ ਐਲੋਕੇਟ ਹੋਇਆ, ਲੇਕਿਨ ਤੁਸੀਂ ਦੇਖੋ ਉਸ ਕੰਪਨੀ ਦੇ 9 ਸਟਾਕਿਸਟ ਇੱਥੇ, ਮਤਲਬ ਇੱਕੋ ਬੰਦੇ ਨੂੰ 1500 ਇੰਜੈਕਸ਼ਨ ਦੇਤਾ ਕੰਪਨੀ ਨੇ, ਕਿ 8 ਸਟਾਕਿਸਟਾਂ ਨੂੰ ਕੋਈ ਇੰਜੈਕਸ਼ਨ ਹੀ ਨਹੀਂ ਦਿੱਤਾ ਗਿਆ। ਮਤਲਬ ਇਹ ਬਲੈਕ ਮਾਰਕੀਟਿੰਗ ਦਾ ਬੜਾ ਵੱਡਾ ਕਾਰਨ ਹੈ। ਇਹੀ ਇੱਕ ਬਲੈਕ ਮਾਰਕੀਟਿੰਗ ਦਾ ਸਭ ਤੋਂ ਵੱਡਾ ਕਾਰਨ ਹੈ ਕਿ 1500 ਇੰਜੈਕਸ਼ਨ ਉਸ ਕੰਪਨੀ ਨੂੰ ਦੇ ਦਿੱਤੇ ਗਏ, ਉਸ ਸਟਾਕਿਸਟ ਨੂੰ ਦੇ ਦਿੱਤੇ ਗਏ, ਬਾਕੀ 8 ਸਟਾਕਿਸਟਾਂ ਨੂੰ ਇੰਜੈਕਸ਼ਨ ਨਹੀਂ ਦਿੱਤਾ ਗਿਆ। ਇਹਦੇ 'ਚ ਕੌਣ ਲੋਕ ਇਨਵੋਲਵ ਹੈ? ਇਹਦੇ 'ਚ ਜਿਹੜੇ ਬੰਦੇ ਇਨਵੋਲਵ ਹੈ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ 1500 ਇੰਜੈਕਸ਼ਨ ਜਾਂ ਜਿੰਨੇ ਵੀ ਇੰਜੈਕਸ਼ਨ, ਮੈਂ ਹਲੇ ਇੱਕ ਕੰਪਨੀ ਦੀ ਗੱਲ ਕਰਦਾ ਪਿਆ, ਸਿਰਫ ਅੰਮ੍ਰਿਤਸਰ ਟੈਰੀਟਰੀ 5 ਕੰਪਨੀਆਂ ਇੱਥੇ ਐਕਟਿਵਲੀ ਕੰਮ ਕਰਦੀਆਂ ਪਈਆਂ। ਜੇ 1500 ਦਾ ਕਰਕੇ ਕਰਨਗੇ 7500 ਦੇ ਕੋਲ ਅਪਰੋਕਸੀਮੇਟਲੀ 5 ਤੋਂ 6000 ਇੰਜੈਕਸ਼ਨ ਦੇ ਕੋਲ ਅੰਮ੍ਰਿਤਸਰ 'ਚ ਲੈਂਡ ਹੋਇਆ। ਤੇ ਕੀ ਉਹ 5 ਤੋਂ 6000 ਇੰਜੈਕਸ਼ਨ ਕੰਜ਼ਿਊਮਰ ਨੂੰ ਲੱਗਾ? ਇਹਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਸਟਾਕਿਸਟਾਂ ਨੂੰ ਬਿੱਲ ਹੋਇਆ ਉਹਨਾਂ ਦੇ ਅੱਗੇ ਜਾ ਕੇ ਬਿੱਲ ਵੀ ਚੈੱਕ ਹੋਣੇ ਚਾਹੀਦੇ ਕਿ ਐਕਚੁਅਲ 'ਚ ਪੇਸ਼ੈਂਟ ਨੂੰ ਲੱਗਾ ਉਹ ਇੰਜੈਕਸ਼ਨ। ਜੇ ਨਹੀਂ ਲੱਗਾ ਤੇ ਉਹਦੀ ਕਾਰਵਾਈ ਨਹੀਂ ਹੋਣੀ ਚਾਹੀਦੀ। ਕਿ ਇਹ ਤਾਂ ਨਹੀਂ ਇਹ ਇੰਜੈਕਸ਼ਨ ਇੱਥੋਂ ਦੀ ਦਿੱਲੀ ਗਿਆ, ਕਿਉਂਕਿ ਸਭ ਨੂੰ ਪਤਾ ਦਿੱਲੀ 20,000 30,000 ਦੇ ਵਿੱਚੋਂ ਇੰਜੈਕਸ਼ਨ ਵਗੈਰਾ। ਵੈਸੇ ਕਿੰਨੀ ਕਾਸਟ ਹੈ ਤੇ ਬਲੈਕ ਮਾਰਕੀਟਿੰਗ ਕਿੰਨੇ ਦਾ ਵਿਕ ਰਿਹਾ ਹੈ? ਦੇਖੋ ਜਿਹੜੀ ਇਹਦੀ ਕਾਸਟ ਹੈਗੀ ਆ, ਪਹਿਲੇ ਤਾਂ 1200-1500 ਦੇ ਵਿੱਚ ਸੀ, ਹੁਣ ਟੈਕਸ ਪਾ ਕੇ 1800 2000 ਦੇ ਕੋਲ ਆ ਜਿਹੜੀ ਨੈਟ ਕਾਸਟ ਆ। ਤੇ ਕੰਪਨੀਆਂ ਨੇ MRP ਵੀ ਘਟਾਇਆ। ਚਲੋ ਡਾਕਟਰ ਜਦੋਂ ਗਵਰਨਮੈਂਟ ਨੇ ਇੰਟਰਵੀਨ ਕੀਤਾ ਕਿ ਕੰਪਨੀ ਨੇ 3500 MRP ਕਰਤਾ, ਕਿਸੇ ਕੰਪਨੀ ਨੇ 2450 ਕਰਤਾ, ਕਿਸੇ ਕੰਪਨੀ ਨੇ 800 MRP ਕਰਤਾ। ਲੇਕਿਨ ਜਦੋਂ ਡਿਮਾਂਡ ਔਰ ਸਪਲਾਈ ਦਾ ਡਿਫਰੈਂਸ ਹੋਏਗਾ ਉਹਦਾ ਐਡਵਾਂਟੇਜ ਬਲੈਕ ਮਾਰਕੀਟਰ ਰਹਿਣਗੇ।
ਔਰ ਡਿਮਾਂਡ ਸਪਲਾਈ ਪਲੱਸ ਰੈਸ਼ਨਲ ਡਿਸਟ੍ਰੀਬਿਊਸ਼ਨ ਆਫ ਪ੍ਰੋਡਕਟ। और तुसी कुछ दसना चाहो इहदे बारे? ਮੈਂ ਸਿਰਫ ਇਹੀ ਚਾਹਾਂਗਾ ਕਿ ਗਵਰਨਮੈਂਟ ਨੂੰ ਚਾਹੀਦਾ, ਕੰਪਨੀਆਂ ਨੂੰ ਚਾਹੀਦਾ ਕਿ ਇਹ ਪ੍ਰੋਡਕਟ ਦੀ ਰੈਸ਼ਨਲ ਡਿਸਟ੍ਰੀਬਿਊਸ਼ਨ ਕਰਨ। ਜਿਹੜੇ ਬੰਦੇ ਇਹ ਕਹਿੰਦੇ ਪਏ ਆ ਕਿ ਦਵਾਈਆਂ ਦੀ ਕੋਈ ਸ਼ਾਰਟੇਜ ਨਹੀਂ, ਮੈਂ ਸਾਫ਼ ਕਹਿੰਦਾ ਪਿਆ, ਜੇ ਉਹਨਾਂ ਨੂੰ ਹੱਲੇ ਵੀ ਲੱਗਦਾ ਸ਼ਾਰਟੇਜ ਨਹੀਂ ਆ ਤੇ ਉਹਨਾਂ ਦੇ ਅੱਖਾਂ ਦੇ ਅੱਗੇ ਲੱਗਦਾ ਪਰਦੇ ਪਏ ਹੋਏ ਆ। ਦਵਾਈਆਂ ਦੀ ਸ਼ਾਰਟੇਜ ਆ, ਰੈਮਡੇਸਿਵਿਰ ਦੀ ਸ਼ਾਰਟੇਜ ਆ, ਸਰਜੀਕਲ ਦੀ ਆਈਟਮਾਂ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ। ਔਰ ਮਜ਼ੇ ਵਾਲੀ ਗੱਲ ਹੈ, ਅੱਜ ਤੁਸੀਂ ਕਿਸੇ ਸਰਜੀਕਲ ਦੇ ਬੰਦੇ ਨੂੰ ਪੁੱਛਣ ਜਾਂਦੇ ਹੋ ਨਾ ਕਿਸੇ ਵੀ ਇੱਕ ਆਈਟਮ ਦਾ ਰੇਟ, ਅਗਲੇ ਦਿਨ ਉਹਦਾ ਰੇਟ ਬਦਲਿਆ ਹੁੰਦਾ, ਉਸ ਤੋਂ ਅਗਲੇ ਦਿਨ ਫੇਰ ਰੇਟ ਬਦਲਿਆ ਹੁੰਦਾ। ਔਰ ਉਹ ਜਵਾਬ ਪਤਾ ਕੀ ਦਿੰਦੇ ਆ ਕਿ ਪਿੱਛੋਂ ਰੇਟ ਮਹਿੰਗਾ ਆ ਗਿਆ। 2 ਦਿਨਾਂ ਦੇ ਅੰਦਰ ਅੰਦਰ ਹੀ ਪ੍ਰੋਡਕਟ ਟ੍ਰਾਂਸਫਰ ਹੁੰਦੇ ਪਏ। मतलब कुल मिला के ब्लैक मार्केटिंग जी हो रही है इस जी बड़ी कड़ी जी चल रही है महामारी के दौरान। ਬਲੈਕ ਮਾਰਕੀਟਿੰਗ ਤਾਂ ਕੋਈ ਦੋ ਰਾਏ ਨਹੀਂ। ਕੁਝ ਲੋਕ ਹਰ ਟ੍ਰੇਡ ਦੇ ਵਿੱਚ ਬਲੈਕ ਸ਼ਿਪਸ ਹੁੰਦੀਆਂ, ਕੁਝ ਲੋਕ ਕਰਦੇ ਪਏ, ਸਾਰਾ ਟ੍ਰੇਡ ਨਹੀਂ ਗੰਦਾ। ਲੇਕਿਨ ਮੈਂ ਇਸ ਮਸਲੇ ਦੇ ਵਿੱਚ ਪ੍ਰਸ਼ਾਸਨ ਦਾ ਜ਼ਰੂਰ ਧੰਨਵਾਦ ਕਰਾਂਗਾ ਕਿ ਜਦੋਂ ਇਹ ਸਾਰੀ ਚੀਜ਼ਾਂ ਹੀ ਐਡਮਿਨਿਸਟ੍ਰੇਸ਼ਨ ਦੇ ਦਿਮਾਗ 'ਚ ਲਿਆਂਦੀਆਂ ਤੇ ਉਹਨਾਂ ਨੇ ਇੰਟਰਵੀਨ ਕਰਕੇ 4-5 ਦਿਨ ਤੋਂ ਥੋੜੀ ਜਿਹੀ ਸਮੂਥ ਲਾਈਨ ਕੀਤਾ, ਪ੍ਰੋਡਕਟ ਨੂੰ ਹਰ ਚੀਜ਼ ਨੂੰ ਆਪਣੇ ਕੰਟਰੋਲ 'ਚ ਲਿਆਂਦਾ। ਲੇਕਿਨ ਪ੍ਰਸ਼ਾਸਨ ਦੀ ਵੀ ਲਿਮਿਟੇਸ਼ਨ ਹੈ, ਕੁਝ ਬੰਦਿਆਂ ਦੀ ਆਪਣੀ ਜ਼ਿੰਮੇਵਾਰੀ ਹੈ, ਆਪਣੀ ਸੈਲਫ ਕੌਨਸ਼ੀਅਸ ਅਲਾਉ ਕਰਨੀ ਚਾਹੀਦੀ ਹੈ ਕਿ ਕੀ ਇਹੀ ਜਿਹੜਾ ਕੰਮ ਕਰਦੇ ਪਏ ਇਨਸਾਨੀਅਤ ਲਈ ਕਿਤੇ ਖੜਾ। 25-25 30-30 ਹਜ਼ਾਰ ਦੇ ਇੰਜੈਕਸ਼ਨ ਵੇਚਦੇ ਪਏ ਆ, ਕਿਤੇ ਬੱਚੇ ਮਰਦੇ ਪਏ ਆ, ਕਿਤੇ ਕਰੋਨਾ ਕਰਕੇ ਜਵਾਨ ਬੱਚਿਆਂ ਨੂੰ ਉਹ ਇੰਜੈਕਸ਼ਨ ਨਹੀਂ ਮਿਲਦਾ ਪਿਆ, ਕਿਤੇ ਬੈੱਡ ਨਹੀਂ ਹੈ, ਕਿਤੇ ਆਕਸੀਜਨ ਨਹੀਂ ਹੈ। ਸਾਡੀ ਵੀ ਕੌਨਸ਼ੀਅਸ ਕਿਤੇ ਨਾ ਕਿਤੇ ਅਪਲਾਈ ਕਰਨੀ ਚਾਹੀਦੀ ਹੈ। ਚੰਗਾ ਕੈਮਿਸਟ ਹੋਣ ਦੇ ਨਾਤੇ ਪਹਿਲੇ ਮੈਂ ਇਨਸਾਨ ਹੈ, ਫਿਰ ਚੰਗਾ ਕੈਮਿਸਟ ਹਾਂ। ਜੇ ਮੈਂ ਇਨਸਾਨ ਨਹੀਂ ਬਣ ਸਕਦਾ ਚੰਗਾ ਤਾਂ ਚੰਗਾ ਕੈਮਿਸਟ ਵੀ ਨਹੀਂ ਬਣ ਸਕਾਂਗਾ। क्या नाम है ਤੁਹਾਡਾ? शिवपाल सिंह सलूजा। ਸਲੂਜਾ ਸਾਹਿਬ, क्या ਜਿਵੇਂ ਇਹਨਾਂ ਨੇ ਦੱਸਿਆ ਵੀ ਬਲੈਕ ਮਾਰਕੀਟਿੰਗ ਸ਼ਾਰਟੇਜ ਹੈ ਨਹੀਂ, ਸ਼ਾਰਟੇਜ ਕ੍ਰੀਏਟ ਕੀਤੀ ਗਈ ਹੈ, ਤੇ ਤੁਹਾਡਾ ਕੀ ਕਹਿਣਾ? ਬਿਲਕੁਲ ਸਹੀ ਹੈ। ਇਹਦੇ ਵਿੱਚ ਮੇਜਰ ਰੋਲ ਜਿਹੜਾ ਨਾ ਮਾਰਕੀਟਿੰਗ ਵਾਲਿਆਂ ਦਾ ਜਾਂ ਕੰਪਨੀ ਵਾਲਿਆਂ ਦਾ। ਜਿੱਦਾਂ ਕੰਪਨੀਆਂ ਸਾਰੇ ਪ੍ਰੋਡਕਟ ਸਾਰੇ ਸਟਾਕ ਨੂੰ ਭੇਜਦੀਆਂ, ਰੈਮਡੇਸਿਵਿਰ ਕਿਉਂ ਨਹੀਂ ਭੇਜਿਆ? ਨਾਲ ਤਾਂ ਜ਼ਿਆਦਾ ਤਾਂ ਮਿਲ ਗਈਆਂ ਬਲੈਕ ਮਾਰਕੀਟਿੰਗ ਕਰਨ ਵਾਲਿਆਂ ਨਾਲ। ਅਗਰ ਇਹ ਸਾਰਿਆਂ ਨੂੰ ਇਕੁਅਲ ਡਿਸਟ੍ਰੀਬਿਊਟ ਹੋਵੇ, ਅਗਰ ਡੀਪੂ ਦੇ 100 ਇੰਜੈਕਸ਼ਨ ਆਇਆ, 7 ਸਟਾਕ ਵਿੱਚ ਤਾਂ 7 ਨੂੰ ਇਕੁਅਲ ਡਿਵਾਈਡ ਕਰ ਦਿੱਤਾ ਜਾਵੇ, ਮੇਰਾ ਖਿਆਲ ਡਿਮਾਂਡ ਬੜੀ ਸਹੀ ਹੋਏਗੀ, ਨਾ ਬਲੈਕ ਮਾਰਕੀਟਿੰਗ ਰਹੇਗੀ। ਮਤਲਬ ਇਹ ਬਲੈਕ ਮਾਰਕੀਟਿੰਗ ਇਸ ਕਰਕੇ ਹੈ ਕਿਉਂਕਿ ਰੈਸ਼ਨਲਾਈਜੇਸ਼ਨ ਨਹੀਂ ਹੈਗੀ। ਇਹ ਕਿਉਂ ਹੋਇਆ, ਇਹੀ ਜਾਂਚ ਕਰਨਾ ਵਿਸ਼ੇ ਆ। ਔਰ ਪਿੱਛੇ ਕਿੰਨਾ ਬਿੱਲ ਹੋਇਆ ਕਿ ਇਹ ਪਾਰਟੀਕਲ ਸਟਾਕ ਨੂੰ ਕਿਉਂ ਹੋਇਆ, ਇਹ ਜਾਂਚ ਦਾ ਤਕੜਾ ਵਿਸ਼ਾ। ਔਰ ਉਹ ਬੰਦੇ ਕੋਲ ਡਿਟੇਲ ਲੈਣੀ ਚਾਹੀਦੀ, ਉਹਨੇ ਕਿੱਥੇ ਵੇਚਿਆ। देखो हमारे साथ को चेयरमैन है एसोसिएशन के, ਤੁਹਾਡਾ ਪੂਰਾ ਨਾਮ क्या है? मैं TS ਬਾਵਾ ਜੀ। ਬਾਬਾ ਜੀ, ਜਿਵੇਂ ਰੈਮਡੇਸਿਵਿਰ ਨੂੰ ਲੈ ਕੇ ਬਹੁਤ ਹਾਹਾਕਾਰ ਮਚੀ ਹੋਈ ਹੈ, ਲੋਕਾਂ ਨੂੰ ਮਿਲ ਨਹੀਂ ਰਿਹਾ। ਸਾਡੇ ਕੋਲ ਵੀ ਰੋਜ਼ ਫੋਨ ਆਉਂਦੇ ਆ, ਰੋਜ਼ ਮੈਸੇਜ ਆਉਂਦੇ ਵੀ ਰੈਮਡੇਸਿਵਿਰ ਅਵੇਲੇਬਲ ਕਰਾ ਦਿਓ, ਤੇ ਇੱਥੇ ਕਿਆ ਬਲੈਕ ਮਾਰਕੀਟਿੰਗ ਹੋ ਰਹੀ ਹੈ ਇਹਦੀ? ਦੇਖੋ, ਬਲੈਕ ਮਾਰਕੀਟਿੰਗ ਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ, ਬਟ ਜਿਹੜੀ ਸ਼ਾਰਟੇਜ ਹੈ ਉਹ ਜ਼ਰੂਰ ਚੱਲ ਰਹੀ ਹੈ। ਤੇ ਮੇਰਾ ਇੱਕ ਮੈਸੇਜ ਹੈ ਆਪਣੇ ਸਾਰੇ ਭਰਾਵਾਂ ਨੂੰ, ਕੈਮਿਸਟ ਐਸੋਸੀਏਸ਼ਨ ਹੋਵੇ ਚਾਹੇ ਅਸੀਂ ਲੋਕ ਖੁਦ ਆਪ ਹੋਈਏ, ਕਿ ਅੱਜ ਜੋ ਸਮਾਂ ਚੱਲ ਰਿਹਾ ਹੈ ਉਹ ਸਾਡੇ ਤੇ ਵੀ ਆ ਸਕਦਾ ਹੈ। ਅਸੀਂ ਕਿਸੇ ਨੂੰ, ਹਰ ਬੰਦੇ ਨੂੰ ਜਿਹੜਾ ਗਲਤ ਚੱਲ ਰਿਹਾ ਜਾਂ ਬਿਮਾਰ ਚੱਲ ਰਿਹਾ, ਉਹਨੂੰ ਆਪਣਾ ਬੰਦਾ ਸਮਝ ਕੇ ਚੱਲੀਏ। ਫਾਈਨੈਂਸ਼ੀਅਲੀ, ਫਿਜ਼ੀਕਲੀ, ਜਿਸ ਤਰ੍ਹਾਂ ਦੀ ਵੀ ਲੋੜ ਪਵੇ, ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ, ਕਿਉਂਕਿ ਅਸੀਂ ਇੱਕ ਹਿਊਮੈਨਿਟੀ ਨੂੰ ਲੈ ਕੇ ਚੱਲਣਾ ਹੈ। ਕਿਉਂਕਿ ਇਸ ਵੇਲੇ ਜੋ ਪੋਜੀਸ਼ਨ ਚੱਲ ਰਹੀ ਹੈ, ਇੱਕ ਦੂਜੇ ਦਾ ਸਹਾਰਾ ਨਾਲ ਹੀ ਸਾਰੇ ਵਧੀਆ ਚੱਲ ਸਕਦਾ ਹੈ। देखिए, ये केमिस्ट एसोसिएशन, डिस्ट्रिक्ट केमिस्ट एसोसिएशन के सदस्य हैं। इनका कहना है कि रेमडेसिविर की शॉर्टेज है नहीं, ये क्रिएट की गई है। अगर सभी को बराबर ये सामान डिस्ट्रीब्यूट किया जाए तो इसकी कोई शॉर्टेज नहीं रहेगी। जैसे सर्जिकल आइटमों के दाम भी बढ़ाए जा चुके हैं, हमारी जानकारी के मुताबिक जो थर्मामीटर हैं उसके दाम भी आसमान को छू रहे हैं। इस महामारी के दौरान कौन ये ब्लैक मार्केटिंग कर रहा है और कौन कौन लोग इसमें शामिल हैं, इसकी पूरी जाँच होनी चाहिए। क्या नाम है जी ਤੁਹਾਡਾ? गगनदीप सिंह। ਗਗਨ ਜੀ, ਜਿਹੜਾ ਰੈਮਡੇਸਿਵਿਰ ਨੂੰ ਲੈ ਕੇ ਸ਼ਾਰਟੇਜ ਹੈ, ਬਲੈਕ ਮਾਰਕੀਟਿੰਗ ਹੈ ਕਿ ਕਿਆ ਹੈ, ਸਾਰਾ ਡਿਟੇਲ 'ਚ ਦੱਸੋ। ਸਰ ਐਕਚੁਅਲੀ ਚੱਕਰ ਹੈ ਕਿ ਮਾਰਕੀਟ 'ਚ ਅਵੇਲੇਬਲ ਨਹੀਂ ਗਾ। ਜਦੋਂ ਅਵੇਲੇਬਲ ਹੁੰਦਾ ਹੈ, ਉਦੋਂ ਸਾਡੇ ਆਮ ਪਰਸਨਸ ਕਿਸੇ ਨੂੰ ਚਾਹੀਦਾ ਸੀ, ਈਵਨ ਅਸੀਂ ਕੈਮਿਸਟ ਹੋ ਕੇ ਹੀ ਲੈਣ ਜਾਂਦੇ, ਸਾਡੇ ਘਰ 'ਚ ਕਿਸੇ ਨੂੰ ਲੋੜ ਪੈਂਦੀ ਹੈ, ਮਿਲਦਾ ਨਹੀਂ ਮਾਰਕੀਟ ਤੋਂ। ਸੌਰੀ ਸਰ, ਹਸਪੀਟਲ ਨੇ ਚੁੱਕ ਲਿਆ। ਜਦੋਂ ਮਾਰਕੀਟ ਤੋਂ ਪਤਾ ਕਰਨ ਚਾਹੀਦਾ, ਤੇ ਇੱਕ ਟੀਕਾ ਸਮਝ ਲਓ ਕਿ ਜੇ ਉਹਦੀ MRP 3300-3400 ਹੈ, ਤੇ ਮਾਰਕੀਟ 'ਚ ਕੋਈ 15000, ਕੋਈ 17000, ਕੋਈ 19000, ਕੋਈ 20000, 32000 ਤੱਕ ਸਰ ਰੇਟ ਸੇਲ ਹੋ ਗਿਆ। ਇਹਨੂੰ ਬਲੈਕ ਮਾਰਕੀਟਿੰਗ ਨਹੀਂ ਕਹਾਂਗੇ ਸਰ, ਹੋਰ ਕੀ ਕਹਾਂਗੇ? ਗਵਰਨਮੈਂਟ ਕਹਿੰਦੀ ਕਿ ਕੋਵਿਡ ਦੇ ਇੰਜੈਕਸ਼ਨ ਅਵੇਲੇਬਲ ਨੇ, ਅਸੀਂ ਦੇਵਾਂਗੇ, ਅਸੀਂ ਅਵੇਲੇਬਲ ਕਰਾਵਾਂਗੇ। ਬਟ ਦ ਥਿੰਗ ਇਜ਼ ਕਿ ਮਾਰਕੀਟ, ਬਲੈਕ ਮਾਰਕੀਟ ਬੰਦ ਹੋਏਗੀ ਜਾਂ ਕਿਤੇ ਸਟਾਕਿਸ ਕੋ ਅਵੇਲੇਬਲ ਹੋਏਗਾ ਤੇ ਅੱਗੇ ਅਵੇਲੇਬਲ ਵੇਚਣਗੇ ਨਾ। ਸਾਰੇ ਹਸਪੀਟਲ ਵਾਲੇ ਸਾਰੇ ਚੁੱਕ ਕੇ ਲੈ ਜਾਂਦੇ ਨੇ, ਆਮ ਪੇਸ਼ੈਂਟ ਨੂੰ ਮਿਲਦਾ ਹੀ ਕੁਛ ਨਹੀਂ ਗਾ। ਮਤਲਬ ਨਹੀਂ, ਹਸਪੀਟਲ 'ਚੋਂ ਪੇਸ਼ੈਂਟ ਨੂੰ ਡਾਇਰੈਕਟ ਮਿਲ ਰਿਹਾ, ਜਿਹੜਾ ਇੱਥੋਂ ਲੈਣ ਆਉਂਦਾ ਪੇਸ਼ੈਂਟ ਉਹਨੂੰ ਨਹੀਂ ਮਿਲ ਰਿਹਾ। ਸਰ ਹਸਪੀਟਲ ਵਾਲੇ ਸਰ ਸਾਡੇ ਕੋਲ ਆਂਦਾ ਕਿਉਂ ਹੈ? ਹਸਪੀਟਲ 'ਚ ਜੇ ਮਿਲਦਾ ਹੋਵੇ ਤਾਂ ਸਾਡੇ ਕੋਲ ਕਿਉਂ ਆਉਂਦਾ? ਉੱਥੋਂ ਕਿੱਥੇ ਜਾਂਦਾ ਇੰਜੈਕਸ਼ਨ ਸਰ? ਉਹ ਤੇ ਤੁਹਾਨੂੰ ਆਪਸ ਉਹ ਤੇ ਗਵਰਨਮੈਂਟ ਸਰਕਾਰ ਦੇਖੇ, ਸਾਨੂੰ ਕੀ ਪਤਾ ਲੱਗ ਸਕਦਾ ਸਰ? ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਨੇ 25-15000 20000 ਦਾ ਇੰਜੈਕਸ਼ਨ ਵਿਕ ਰਿਹਾ ਹੈ? ਇਸ ਤਰ੍ਹਾਂ ਹੁੰਦਾ ਕਿ ਜਦੋਂ ਅਸੀਂ ਮਤਲਬ ਮਾਰਕੀਟ 'ਚ ਮੈਂ ਹੋਲਸੇਲ ਰਗਾ, ਮੈਂ ਮਾਰਕੀਟ 'ਚ ਪਤਾ ਕਰਨ ਨਿਕਲਦਾ, ਯਾਰ ਮੇਰੇ ਕਿਸੇ ਸੱਜਣ ਨੂੰ ਬਹੁਤ, ਮੇਰੇ ਆਪਣੇ ਕਿਸੇ ਸੱਜਣ ਚਾਹੀਦਾ ਇੰਜੈਕਸ਼ਨ, ਸਰ ਪਤਾ ਕਰਕੇ ਦਿਓ। ਅਸੀਂ ਮਾਰਕੀਟ ਪਤਾ ਕਰਨ ਦੇ ਆ, ਉਹ ਕੋਈ ਸਰ ਅਵੇਲੇਬਲ ਤਾਂ ਜਿਹੜੇ ਆਥੋਰਾਈਜ਼ ਸਟਾਕਿਸਟ ਨੇ ਉਹਨਾਂ ਕੋਲ ਹੈ ਹੀ ਨਹੀਂ।
ਕੋਈ ਅਨਆਥੋਰਾਈਜ਼ਡ ਬੰਦੇ ਹੈਗੇ ਨੇ ਮਾਰਕੀਟ ਦੇ, ਜਿਵੇਂ ਕੋਈ ਘੁੰਮਦੇ ਫਿਰਦੇ, ਸਰ ਤੁਹਾਨੂੰ ਮਿਲ ਜਾਏਗਾ, ਮੈਂ ਦਵਾ ਦਾਂਗਾ ਸਰ ਤੁਹਾਨੂੰ, ਕੋਈ 17,000 ਦਾ, ਕੋਈ 15,000। ਏਜੰਟ ਘੁੰਮ ਰਹੇ। ਹਾਂ ਬਿਲਕੁਲ ਸਰ, ਮੈਂ ਤੁਹਾਨੂੰ ਦਵਾ ਦਾਂਗਾ ਸਰ, ਤੁਹਾਨੂੰ ਚਾਹੀਦੀ ਸਰ। ਫੋਰ ਐਗਜ਼ਾਮਪਲ ਮੈਂ ਕਿਸੇ ਦੁਕਾਨ ਤੇ ਖਲੋਤਾ ਵਾਂ, ਉਹਦੇ ਬਾਹਰ ਬੰਦਾ ਖਲੋਤਾ ਹੈਗਾ, ਸਰ ਤੁਹਾਨੂੰ ਮੈਂ ਦਵਾ ਦੇਣਾ ਵਾ, ਕੋਈ 15,000, ਕੋਈ 20,000। ਕੀ ਨਾਮ ਦੱਸਿਆ ਦੁਬਾਰਾ ਦੱਸੋ, ਤੁਹਾਡਾ नाम की? गगनदीप सिंह। देखिए ये गगनदीप हैं, इन्होंने बड़ी बात कही है कि मार्केट में दलाल कुछ लोग ऐसे अवेलेबल हैं जो इंजेक्शन 3500 रुपये के इंजेक्शन को 15 से 17,000 रुपये में बेच रहे हैं। क्या नाम है जी थोड़ा? गौरव। गौरव जी, रेडमीडेसिविर ਨੂੰ ਲੈ ਕੇ ਜੋ ਸਥਿਤੀ ਬਣੀ ਹੋਈ ਹੈ ਜਾਂ ਹੋਰ ਵੀ ਦਵਾਈਆਂ ਦੀ ਸ਼ਾਰਟ ਚੱਲ ਰਹੀ ਹੈ, ਕਾਫੀ ਪ੍ਰਾਈਸਿਸ ਅਪ ਹੋ ਗਏ हैं, ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਸਰ ਇਹਦੇ ਵਿੱਚ ਮੈਂ ਸੋਚਦਾ ਕਿ ਕੰਪਨੀਆਂ ਵਾਲੇ ਵੀ ਇਨਵੋਲਵ ਹੈ, ਕੰਪਨੀ ਦੇ ਮੈਡੀਕਲ ਵੀ ਇਨਵੋਲਵ ਹੈ। ਜਿਸ ਤਰ੍ਹਾਂ ਕਿ ਇੱਕ ਕੰਪਨੀ ਦੇ ਜੇ 10 ਜਾਂ 12 ਸਟੋਕਿਸਟ ਹੈਗੇ ਆ, ਇੱਕ ਪਰਟੀਕੂਲਰ ਬੰਦੇ ਨੂੰ ਹੀ ਸਪਲਾਈ ਹੋ ਰਹੀ ਹੈ ਔਰ ਉਹੀ ਬੰਦਾ ਹੀ ਸਾਰਾ ਬਲੈਕ ਮਾਰਕੀਟਿੰਗ ਕਰ ਰਿਹਾ। ਇੱਕ ਬੰਦੇ ਨੂੰ ਸਪਲਾਈ ਹੋਣ ਕਰਕੇ ਉਹਦਾ ਮੋਨੋਪੋਲੀ ਹੋ ਗਈ ਹੈ, ਉਹ ਸਾਰਾ ਹੋਲਡ ਕਰਕੇ ਬੈਠੇ ਹੈ। ਇਹੀ ਕੰਪਨੀਆਂ 10 ਬੰਦਿਆਂ ਨੂੰ ਸਪਲਾਈ ਕਰੇ, ਹਰ ਬੰਦੇ ਨੂੰ ਜੇ 500 ਇੰਜੈਕਸ਼ਨ ਆਉਂਦਾ ਹੈ, 5,000 ਇੱਕ ਇੰਜੈਕਸ਼ਨ ਨੂੰ ਇੱਕ ਬੰਦੇ ਨੂੰ ਦੇਣ ਦੀ ਬਜਾਏ 500 10 ਨੂੰ ਦੇਗਾ, ਬਲੈਕ ਮਾਰਕੀਟਿੰਗ ਕਦੀ ਵੀ ਨਹੀਂ ਹੋਏਗੀ। ਉਹ ਕੰਪਨੀਆਂ ਦੇ ਆਲਰੇਡੀ ਸਟਾਕਿਸਟ ਹੈਗੇ, ਕਿਉਂਕਿ ਹੁਣ ਕੰਪਨੀਆਂ ਨਵੇਂ ਸਟਾਕਿਸਟ ਬਣਾ ਨਹੀਂ ਰਹੀਆਂ। ਨਹੀਂ, ਉਹ ਸਟੋਕਿਸਟ ਹੈ, ਉਹਦੇ ਸਟੋਕਿਸਟ ਹੈਗੇ, ऑथराइज स्टॉकिस्ट ने, मतलब जिस आम मेडिसिन मिल रही ने, ये क्यों नहीं मिलता वहाँ? ये देखिए यहाँ पर एक बड़ी कंट्रोवर्सी पैदा हो गई है। कटा शेर सिंह की मेडिसिन मार्केट में यहाँ पर दो ग्रुप हैं, डिस्ट्रिक्ट केमिस्ट एसोसिएशन, अमृतसर केमिस्ट एसोसिएशन का। एक का कहना है कि कोई शॉर्टेज नहीं है, जबकि दूसरे का कहना है कि ब्लैक मार्केटिंग जोरों पर है रेडमीडेसिविर की। अब यहाँ पर एक दूसरी एसोसिएशन भी है, उनसे भी हम बात करते हैं, उनका क्या कहना है। अगर हमारे साथ हैं अमृतसर केमिस्ट एसोसिएशन के प्रधान राजेश सोई साहब। रेडमीडेसिविर ਨੂੰ ਲੈ ਕੇ ਕਾਫੀ ਜ਼ਿਆਦਾ ਹੈਗਾ ਕਿ ਵੀ ਸ਼ਾਰਟੇਜ ਚੱਲ ਰਹੀ ਤੇ ਇਹਦੀ ਬਲੈਕ ਮਾਰਕੀਟਿੰਗ ਹੋ ਰਹੀ ਹੈ। ਦੇਖੋ ਜੀ, ਐਜ਼ ਏ ਪ੍ਰੈਜ਼ੀਡੈਂਟ ਮੈਨੂੰ ਪੁੱਛਿਆ ਜਾਵੇ ਕਿ ਰੈਡਮੀਸੋਰ ਇੰਜੈਕਸ਼ਨ ਦੀ ਕੋਈ ਬਲੈਕ ਹੋ ਰਹੀ ਹੈ, ਤੇ ਮੈਂ ਕਹਾਂਗਾ ਬਿਲਕੁਲ ਨਹੀਂ ਹੋ ਰਹੀ। ਬਲੈਕ ਦਾ ਵਰਡ ਸਾਡੇ ਐਸੋਸੀਏਸ਼ਨ ਦੇ ਲੈਵਲ 'ਤੇ ਕੁਛ ਨਹੀਂ ਹੈਗਾ, ਕਿਉਂਕਿ ਸਾਡੇ ਉੱਪਰੋਂ ਜਿਹੜੀ ਸਪਲਾਈ ਆ ਰਹੀ ਹੈ ਪੂਰੀ ਆ ਰਹੀ ਹੈ। ਹਸਪਤਾਲਾਂ ਨੂੰ ਅੱਗੇ ਕੁਛ ਹੋਰ ਮਾਹੌਲ ਸੀਗਾ ਕਿ ਦੁਕਾਨਾਂ 'ਤੇ ਜਾਂਦਾ ਸੀ, ਕੋਈ ਬਲੈਕ ਹੁੰਦਾ ਸੀ। ਜਦੋਂ ਦਾ ਅਸੀਂ ਤੇ ਡਰੱਗ ਡਿਪਾਰਟਮੈਂਟ ਨੇ ਮਿਲ ਕੇ ਸਰ ਇੱਕ ਸਿਸਟਮ ਬਣਾਇਆ ਕਿ ਹਸਪਤਾਲ ਜਿਹੜੀ ਰਿਕੁਆਇਰਮੈਂਟ ਆ ਗਈ ਉਹ ਜ਼ਰੂਰ ਪੂਰੀ ਕੀਤੀ ਜਾਏਗੀ। ਕਦੋਂ ਤੋਂ ਬਣਾਇਆ ਤੁਸੀਂ ਸਿਸਟਮ? ਇਹ ਹੋ ਗਏ 15-20 ਦਿਨ 25 ਦਿਨ। ਉਸ ਤੋਂ ਪਹਿਲੇ ਸੀਗੀ ਜਿਹੜੀ ਬਲੈਕ ਮਾਰਕੀਟਿੰਗ, ਹੁਣ ਨਹੀਂ ਹੈਗੀ। ਉਸ ਤੋਂ ਪਹਿਲਾਂ ਇਹਦੀ ਕੋਈ ਡਿਮਾਂਡ ਹੀ ਨਹੀਂ ਸੀ। ਦੇਖੋ ਇਸ ਤੋਂ ਪਹਿਲਾਂ ਅੱਜ ਤੋਂ 23 ਦਿਨ ਪਹਿਲਾਂ ਜਾਂ 24 ਦਿਨ ਪਹਿਲਾਂ ਦੀ ਕੋਈ ਡਿਮਾਂਡ ਨਹੀਂ ਸੀ। ਇਹ ਕੀ ਹੋਇਆ, ਕਿਸ ਡਾਕਟਰ ਨੂੰ ਕਿਹੜੀ ਚੀਜ਼ ਨਵੀਂ ਲੱਭੀ ਇਹਦੇ ਵਿੱਚੋਂ ਜਿਹੜੇ ਇਹਨੂੰ ਲਗਾਇਆ ਜਾ ਰਿਹਾ। ਉਸ ਤੋਂ ਬਾਅਦ ਸ਼ਾਰਟੇਜ ਆਈ ਹੈ, ਕਿਉਂਕਿ ਅਸੀਂ ਸਾਡੇ ਜਿਹੜੇ ਸਟੋਕੀ ਸੀਗੇ ਉਹਨਾਂ ਨੇ ਮਾਲ ਵਾਪਸ ਵੀ ਭੇਜਿਆ ਸੀ, ਉਹਨਾਂ ਕੋਲ ਪਹਿਲਾਂ ਆਇਆ ਸੀ, ਕਿਉਂਕਿ ਇਹਦੀ ਕੋਈ ਰਿਕੁਆਇਰਮੈਂਟ ਹੈਗੀ ਨਹੀਂ ਸੀ। रेडमीडेसिविर ਦਾ ਸਮਾਨ ਵਾਪਸ ਚਲਾ ਗਿਆ ਸੀ ਪਹਿਲਾਂ, ਇੱਕ ਵਾਰੀ ਵਾਪਸ ਚਲਾ ਗਿਆ। ਉਸ ਤੋਂ ਬਾਅਦ ਕਿਹੋ ਜਿਹੀ ਸ਼ਾਰਟੇਜ ਆਈ ਹੈ ਕਿ ਅਸੀਂ ਦੁਬਾਰਾ ਮੰਗਾਉਣਾ ਸ਼ੁਰੂ ਕੀਤਾ। ਠੀਕ ਹੈ, ਸ਼ਾਰਟੇਜ ਆਈ ਹੈ, ਅਸੀਂ ਛੋਟੇ ਆਣ ਹੀ ਨਹੀਂ ਦਿੱਤੀ। ਬੇਸਿਕਲੀ ਅੰਮ੍ਰਿਤਸਰ ਕੈਮਿਸਟ ਨੇ ਸ਼ਾਰਟੇਜ ਨਹੀਂ ਆਣ ਦਿੱਤੀ। ਔਰ ਤੁਹਾਨੂੰ ਇਸ ਵੇਲੇ ਹਾਹਾਕਾਰ ਕਿਉਂ ਹੈ? ਦੇਖੋ ਜੀ, ਕਿਹੜੀ ਚੀਜ਼ ਲੈਣ ਚੱਲ ਜਾਓ, ਥਰਮਾਮੀਟਰ ਲੈਣ ਚੱਲ ਜਾਓ, ਉਹਦੇ ਰੇਟ ਵੱਧ ਨੇ। ਸਰਜੀਕਲ ਦਾ ਆਈਟਮ ਲੈਣ ਚੱਲ ਜਾਓ, ਉਹਦੇ ਰੇਟ ਵੱਧ ਨੇ। ਇਹ ਕਿਆ ਇੱਕ ਦਿਨ 'ਚ ਰੇਟ ਰੋਜ਼ ਬਦਲ ਰਹੇ ਹੈ? ਨਹੀਂ, ਇਹ ਚੱਕਰ ਨਹੀਂ ਹੈ। ਚੱਕਰ ਕੀ ਹੈ ਕਿ ਦਿੱਲੀ ਲੋਕਡਾਊਨ ਲੱਗਾ, ਮਹਾਰਾਸ਼ਟਰ ਲੋਕਡਾਊਨ ਲੱਗਾ, ਠੀਕ ਹੈ, ਫੈਕਟਰੀਆਂ ਬੰਦ ਪਈਆਂ, ਰਾ ਮਟੀਰੀਅਲ ਮਹਿੰਗਾ ਹੋ ਗਿਆ ਲੋਕਡਾਊਨ ਕਾਰਨ। ਉਸ ਕਾਰਨ ਕੋਈ ਮਹਿੰਗਾਈ ਹੋਈ ਹੋਵੇ। ਲੇਕਿਨ ਜੇ ਤੁਸੀਂ ਕਹੋਗੇ ਸਾਡੀ ਮਾਰਕੀਟ ਹੋਲਸੇਲ ਮਾਰਕੀਟ 'ਚ ਕੋਈ ਬਲੈਕ ਹੋ ਰਹੀ ਹੈ, ਤੇ ਮੈਂ ਉਹਦੇ 'ਚ ਮੈਂ ਮੰਨਣ ਲਈ ਤਿਆਰ ਨਹੀਂ ਹਾਂ, ਕਿਉਂਕਿ ਮੇਰੇ ਸਾਰੀ ਮਾਰਕੀਟ ਮੇਰੀ ਟੱਚ ਹੈ, ਤੇ ਉਹਦੇ ਲਈ ਮੈਂ ਮਤਲਬ ਮੰਨਣ ਲਈ ਤਿਆਰ ਨਹੀਂ ਹਾਂ। ਸਾਡੇ ਨਾਲ ਨੇ ਚੇਅਰਮੈਨ ਐਸੋਸੀਏਸ਼ਨ ਦੇ ਅਨੂਪ ਬਿੱਟਾ, ਇਹਨਾਂ ਨਾਲ ਵੀ ਗੱਲ ਕਰਾਂਗੇ। ਬਿੱਟਾ ਜੀ, ਕਾਫੀ ਜ਼ਿਆਦਾ ਦੇਖੋ ਇਸ ਵੇਲੇ ਮਹਾਮਾਰੀ ਫੈਲੀ ਹੋਈ ਹੈ, ਜਦ ਕਿ ਲੋਕਾਂ ਨੂੰ ਸਹੀ ਚੀਜ਼ਾਂ ਕੰਟਰੋਲ ਰੇਟ 'ਤੇ ਮਿਲਣੀਆਂ ਚਾਹੀਦੀਆਂ, ਲੋਕਾਂ ਨੂੰ ਮਹਿੰਗੀਆਂ ਮਿਲ ਰਹੀਆਂ। ਸਾਡੇ ਕੋਲ ਵੀ ਇਸ ਤਰ੍ਹਾਂ ਦੀ ਕਈ ਸ਼ਿਕਾਇਤ ਰੋਜ਼ ਆਉਂਦਾ ਕੋਈ ਨਾ ਕੋਈ ਵੀ। ਮੈਨੂੰ ਰਾਤ ਨੂੰ ਵੀ ਇੱਕ ਜਲੰਧਰੋਂ ਮੈਸੇਜ ਆਇਆ ਵੀ ਮੈਨੂੰ ਰੈਡਮੀਡੇਸਿਵਿਰ ਦੇ ਇੰਜੈਕਸ਼ਨਾਂ ਦੀ ਲੋੜ ਹੈ। ਕੀ ਕਹਿਣਾ ਤੁਹਾਡਾ? ਦੇਖੋ ਸਰ, ਜਦੋਂ ਤੱਕ ਤੇ ਤੁਸੀਂ ਦਵਾਈ ਦੀ ਗੱਲ ਕਰਦੇ ਹੋ, ਸਾਡੇ ਏਸੀਏ ਦੇ ਪ੍ਰੈਜ਼ੀਡੈਂਟ ਰਜੇਸ਼ ਸੋਈ ਜੀ ਹਰ ਮੈਂਬਰ ਨਾਲ ਟੱਚ ਹੈ। ਐਡੀ ਵਧੀਆ ਮੈਨੇਜਮੈਂਟ ਚੱਲਣ ਰਹੀ ਹੈ। ਜਿਹੜੇ ਬੰਦੇ ਕਹਿੰਦੇ ਆ ਜਾਂ ਸ਼ਾਰਟੇਜ ਜਾਂ ਕੁਝ, ਜਾਂ ਉਹਨਾਂ ਨੂੰ ਕਾਨੂੰਨ ਦਾ ਗਿਆਨ ਨਹੀਂ ਹੈਗਾ। ਇਹਦਾ ਸਿਸਟਮ ਬਣਾਇਆ ਸਰਕਾਰ ਨੇ ਕਿ ਜਿਹੜੇ ਹਸਪਤਾਲ 'ਚ ਪੇਸ਼ੈਂਟ ਦਾਖਲ ਹੈ, ਉਹ ਹਸਪਤਾਲ ਸਾਡੇ ਹੋਲਸੇਲਰ ਮੈਂਬਰ ਨੂੰ ਡਿਮਾਂਡ ਭੇਜਦਾ, ਉਹ ਉੱਥੇ ਆਪਣੇ ਇੰਜੈਕਸ਼ਨ ਭੇਜ ਦਿੰਦਾ। ਮੈਂਬਰ ਨੂੰ ਡਿਮਾਂਡ ਕਿਉਂ ਭੇਜਦਾ? ਡਿਮਾਂਡ ਤੇ ਜਾਣੀ ਚਾਹੀਦੀ ਹੈ। ਮੈਨੂੰ ਆਉਂਦੀ ਹੈ ਨਾ, ਇੱਕ ਲੈਟਰ ਸਾਨੂੰ ਆਉਂਦੀ ਹੈ, ਜਿਵੇਂ ਉਹਦਾ ਹਸਪੀਟਲ ਦੇ ਨਾਂ ਦਾ ਬਿੱਲ ਬਣਦਾ, ਉਹਨੂੰ ਉਸ ਬੰਦੇ ਨੂੰ ਇੰਜੈਕਸ਼ਨ ਪਹੁੰਚ ਜਾਂਦੇ ਨੇ। ਹੁਣ ਜਿਹੜੇ ਪਹਿਲੇ ਵਾਪਸ ਗਏ ਨੇ, ਉਹ ਨੀਅਰ ਐਕਸਪਾਇਰੀ ਹੈਗੇ ਸੀ 3 ਮਹੀਨੇ ਦੀ, ਤਾਂ ਉਹ ਕੌਣ ਰੱਖੇ? ਮਤਲਬ ਕੋਈ ਕਿਸੇ ਚੀਜ਼ ਦੀ ਸ਼ਾਰਟੇਜ ਨਹੀਂ ਹੈ। ਨਾ, ਸਾਡੀ ਏਸੀਏ ਦੇ ਜਿੰਨੇ ਮੈਂਬਰਾਂ ਕੋਲ ਇੰਜੈਕਸ਼ਨ ਹੈਗਾ, ਸਾਰੇ ਪ੍ਰਧਾਨ ਹੋਣਾ ਨਾਲ ਟੱਚ ਆ। ਮੈਂ ਅਪੀਲ ਕਰਨਾ ਤੁਹਾਡੇ ਮਾਧਿਅਮ ਥਰੂ, ਜਿਹਨੂੰ ਵੀ ਇੰਜੈਕਸ਼ਨ ਚਾਹੀਦਾ ਉਹ ਤੁਹਾਨੂੰ ਸੰਪਰਕ ਕਰੇ। ਸਾਡੇ ਡਰੱਗ ਜਿਹੜੇ ਲਾਇਸੈਂਸੀ ਅਥਾਰਟੀ ਆ ਉਹਨਾਂ ਨੂੰ ਕੰਟੈਕਟ ਕਰੇ, ਸਾਡੇ ਪ੍ਰਧਾਨ ਉਹਨਾਂ ਨੂੰ ਕੰਟੈਕਟ। ਹਰ ਬੰਦੇ ਨੂੰ ਇੰਜੈਕਸ਼ਨ ਮਿਲੇਗਾ, ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ। ਇਸ ਵੇਲੇ ਜੇ ਅਸੀਂ ਗੱਲ ਕਰੀਏ ਤਾਂ ਕਿੰਨਾ ਸਟਾਕ ਮਾਰਕੀਟ 'ਚ ਅਵੇਲੇਬਲ ਹੈ? ਮਾਰਕੀਟ 'ਚ ਦੇਖੋ ਜੀ, ਇਸ ਟਾਈਮ ਸਾਡੇ ਕੋਲ ਮੇਰਾ 80 ਇੰਜੈਕਸ਼ਨ ਹੋਣ ਆਏ ਜੇ। 600 ਇੰਜੈਕਸ਼ਨ ਦਾ ਸਾਡੇ ਮੈਂਬਰ ਦਾ ਬਿੱਲ ਬਣਿਆ ਜੀ, ਉਹ ਕੱਲ੍ਹ ਪਰਸੋਂ ਆਈ ਨਹੀਂ।
ਸਭ ਨੂੰ ਮਿਲਣੀ ਹੈ। ਅੱਛਾ, ਇੱਕ ਇਹ ਵੀ ਬੜਾ ਆਰੋਪ ਲੱਗ ਰਿਹਾ ਵੀ ਰੈਸ਼ਨਲਾਈਜੇਸ਼ਨ ਨਹੀਂ ਗਈ, ਇੱਕ ਬੰਦਿਆਂ ਨੂੰ ਮਾਲ ਦਿੱਤਾ ਜਾ ਰਿਹਾ ਤੇ ਇੱਕ ਸ਼ਾਰਟੇਜ। ਸਭ ਨੂੰ ਮਿਲਦਾ ਪਿਆ ਜੀ, ਸਾਨੂੰ ਦੱਸੋ ਸੋ ਅਸੀਂ ਐਜ਼ ਏ ਚੇਅਰਮੈਨ, ਐਜ਼ ਏ ਮੈਂਬਰ, ਐਜ਼ ਏ ਵਾਈਸ ਪ੍ਰੈਜ਼ੀਡੈਂਟ ਅਸੀਂ ਖੜੇ ਹਾਂ ਤੁਹਾਡੇ ਕੋਲ, ਜ਼ਿੰਮੇਵਾਰ ਬੰਦੇ ਆ। ਸਾਡੀ ਕੋਈ ਸਿਸਟਮ ਬੜਾ ਵਧੀਆ, ਜਿਹੜਾ ਨਹੀਂ ਮਿਲ ਰਿਹਾ ਨਾ ਉਹ ਖੱਪ ਐਵੇਂ ਤੁਸੀਂ ਸਮਝੋ ਬਲੈਕ ਮੈਕਰ ਵੀ ਭਾਵੇਂ ਖੱਪ ਆਉਂਦੇ ਹੋਣ, ਮਹਾਰਾਜ ਨਹੀਂ ਹੈਗੇ ਜੀ, ਨਹੀਂ ਹੈਗੇ ਜੀ। 1% ਵੀ ਤੁਹਾਨੂੰ ਕੋਈ ਸ਼ਿਕਾयत मिले अभी ਤੁਹਾਡੇ माध्यम ਨਾਲ ठीक करने की कोशिश ये करांगे। देखिए यहाँ पर 2 एसोसिएशंस हैं। पहले डिस्ट्रिक्ट केमिस्ट एसोसिएशन थी, उनसे बात की, जिनका कहना है कि रेड मिसफीर शॉर्ट चल रहा है। ये है अमृतसर केमिस्ट एसोसिएशन, जिनका कहना है कि शॉर्टेज नहीं है, कोई भी व्यक्ति इनसे संपर्क करे तो हम उनको उसको रेड मिसफीर का इंजेक्शन दिलाएंगे। हमारे साथ हैं अमृतसर केमिस्ट एसोसिएशन के जनरल सेक्रेटरी, इनसे बात करते हैं। ਤੁਹਾਡਾ ਪੂਰਾ ਨਾਮ क्या है? ਰਾਜੀਵ ਕਪੂਰ। ਕਪੂਰ ਸਾਹਿਬ, ਜਿਹੜੀ ਰੈਡ ਮਿਸਫੀਰ ਤਾਂ ਹੋਰ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਸਰਜੀਕਲ ਆਈਟਮਸ ਜਾਂ ਥਰਮਾਮੀਟਰ, ਇਹਨਾਂ ਚੀਜ਼ਾਂ ਨੂੰ ਲੈ ਕੇ ਸ਼ਾਰਟੇਜ ਚੱਲ ਰਹੀ ਹੈ। ਖਾਸ ਕਰ ਰੈਡ ਮਿਸਫੀਰ ਨੂੰ ਲੈ ਕੇ ਬਹੁਤ ਬਵਾਲ ਮਚ ਰਿਹਾ ਵੀ ਇਹ ਇੰਜੈਕਸ਼ਨ ਬਾਹਰ ਵੇਚਿਆ ਜਾ ਰਿਹਾ, ਬਲੈਕ ਵੇਚਿਆ ਜਾ ਰਿਹਾ, ਇਹਨੂੰ ਲੈ ਕੇ ਤੁਹਾਡਾ ਕੀ ਕਹਿਣਾ? ਮੈਂ ਇਹਦੇ ਬਾਰੇ ਇੱਕ ਚੀਜ਼ ਸਪਸ਼ਟ ਕਰਾਂਗਾ। ਇੱਕ ਤਾਂ ਜਿਹੜੇ ਇੰਜੈਕਸ਼ਨ ਹੈਗੇ ਆ ਗਵਰਨਮੈਂਟ ਡਿਪਾਰਟਮੈਂਟ ਇੰਜੈਕਸ਼ਨ ਬਹੁਤ ਜ਼ਿਆਦਾ ਜਾ ਰਹੇ ਆ, ਕਿਉਂਕਿ ਮੈਨੂੰ ਵੀ ਇੰਜੈਕਸ਼ਨ ਸਪਲਾਈ ਹੁੰਦੇ ਆ ਗਵਰਨਮੈਂਟ ਕੋਲ ਆਪਣਾ ਕੈਰਲਾ ਕੰਪਨੀ ਚੋਂ, ਲੇਕਿਨ ਉਹਦੇ ਵਿੱਚੋਂ 70% ਸ਼ੇਅਰ ਜਿਹੜਾ ਹੈਗਾ ਸਿੱਧਾ ਡਾਇਰੈਕਟ ਜਾ ਰਿਹਾ ਸਿਵਲ ਹਸਪੀਟਲਸ, ਜਿਹੜਾ ਕਿ ਗਵਰਨਮੈਂਟ ਸਪਲਾਈ ਜਾ ਰਹੀ, ਉਸ ਤੋਂ ਬਾਅਦ ਜਿਹੜੇ ਸਟੋਕਿਸਟ ਨੂੰ ਮਾਲ ਮਿਲਦਾ। ਨੋ ਡਾਊਟ ਡਿਮਾਂਡ ਜ਼ਿਆਦਾ ਹੈ, ਜਿਹੜੀ ਸਾਨੂੰ ਸਪਲਾਈ ਉਹ ਘੱਟ ਆ ਰਹੀ ਹੈ, ਲੇਕਿਨ ਕੋ ਕਾਲਾਬਾਜ਼ਾਰੀ ਮੇਰੇ ਹਿਸਾਬ ਸੇ ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ ਜਿਹੜੇ ਸਾਡੇ ਮੈਂਬਰਸ ਆ, ਜਿਨ੍ਹਾਂ ਨੂੰ 4 ਜਾਂ 5 ਮੈਂਬਰਸ ਜਿਨ੍ਹਾਂ ਨੂੰ ਇੰਜੈਕਸ਼ਨ ਆ ਰਹੇ ਹੈ, ਉਹ ਕੋਈ ਵੀ ਐਸੀ ਪਾਰਟੀ ਨਹੀਂ ਕਿ ਜਿਹੜੀ ਕਿ ਕਾਲਾਬਾਜ਼ਾਰੀ ਕਰਦੀ ਹੈ, ਕੋਈ ਐਕਸੈਸ ਰੇਟ ਲਗਾਉਂਦੀ ਹੈ। ਹਾਂ, ਸਾਡੇ ਆਪਣੇ ਜ਼ੋਨਲ ਅਥਾਰਟੀ ਦੇ ਕਹਿਣ ਦੇ ਉੱਤੇ ਜਿੱਥੇ ਉਹ ਕਹਿ ਰਹੇ ਆ ਉਹ ਇੰਜੈਕਸ਼ਨ ਪ੍ਰੋਵਾਈਡ ਕੀਤੇ ਜਾ ਰਹੇ, ਇੱਕ ਇੰਜੈਕਸ਼ਨ ਦਾ ਹਿਸਾਬ ਦੇ ਰਹੇ ਆ। ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਕੰਟਰੋਲ ਰੇਟ ਤੋਂ ਉਹਨੂੰ ਮਾਲ ਦਿੰਦਾ ਪਿਆ। ਜਿਹੜਾ ਬੰਦਾ ਕੋਈ ਕਹਿ ਰਿਹਾ ਕਿ ਵੀ ਕਾਲਾਬਾਜ਼ਾਰੀ ਹੋ ਰਹੀ ਹੈ, ਉਹ ਚੀਜ਼ ਹੋ ਰਹੀ ਹੈ, ਉਹ ਪਤਾ ਨਹੀਂ ਕਿਹੜੇ ਥਰਡ ਪਰਸਨ ਹੋਣਗੇ, ਲੇਕਿਨ ਸਾਡੇ ਐਸੋਸੀਏਸ਼ਨ ਦੇ ਰਜਿਸਟਰਡ ਮੈਂਬਰ ਜਿਹੜੇ ਹੈਗੇ ਆ 5 ਜਾਂ 6 ਮੈਂਬਰ ਜਿਨ੍ਹਾਂ ਨੂੰ ਇੰਜੈਕਸ਼ਨ ਆਉਂਦੇ ਆ, ਔਰ ਇੱਕ ਚੀਜ਼ ਦਾ ਰਿਕਾਰਡ ਵਿਦਆਊਟ ਐਨੀ ਉਹਦੇ MRP ਤੋਂ ਥੱਲੇ, ਲੋਕੀ ਕਹਿੰਦੇ ਕਾਲਾਬਾਜ਼ਾਰੀ, ਮੈਂ ਕਹਿੰਦਾ MRP ਤੋਂ ਥੱਲੇ ਇੰਜੈਕਸ਼ਨਾਂ ਰੇਟ ਜਿਹੜੇ ਮਾਲ ਨਾਲ ਸਪਲਾਈ ਹੋ ਰਹੇ ਆ, और पूरे डिपार्टमेंट के सहयोग के नाल मैं गल कहना चाहूँगा। देखिए, यहाँ पर ये भी बड़ा कंट्रोल, लोग कह रहे हैं, हमारे पास भी कुछ संपर्क कर रहे हैं लोग, कोई तो 10,000 में भी इंजेक्शन मांग रहा है। लेकिन यहाँ पर आकर स्थिति साफ हुई है। इनका कहना है कि हम यहाँ पर अगर स्टॉक होता है, काला बाजारी नहीं होती, जो अंकित मूल्य है उसी पर ही सामान दिया जाता है। अब सच्चाई ये तो अधिकारियों को ही पता होगी। हमारे साथ हैं सुप्रीम फार्मास्यूटिकल के तरुण शर्मा, इनसे बात करते हैं। ये रेडमिसफीर के स्टॉकिस्ट हैं, इनके पास कितने इंजेक्शन अभी तक आ चुके हैं और कितने इंजेक्शन आने हैं और इनके पास फ़िलहाल कितना स्टॉक पड़ा हुआ है? हेलो, हाँ जी सर, तरुण शर्मा, सुप्रीम फार्मास्यूटिकल से। सर, आज हमारी ना 600 इंजेक्शन की बिलिंग हो चुकी है जो माइलन कंपनी से, और 80 इंजेक्शन जो है सन फार्मा के आज पहुंच रहे हैं हमारे पास। 2 दिन के अंदर हमारा 680 इंजेक्शन की जो स्टॉक अवेलेबल हो जाएगा। हमारी कोशिश होगी हर हॉस्पिटल तक हमारी एसोसिएशन पहुंचाएगी स्टॉक। इससे आपको कैसे आती है? आप ZLA की तरफ से आपको कुछ आता है लिख के, या हॉस्पिटल की तरफ से लिख के आता है? किस तरह आप पेशेंट को ये इंजेक्शन दे रहे हैं? सर, ये सारा ड्रग अथॉरिटी ही एलोकेट करेगी। जिस तरह हमारे पास आता है, पेशेंट का डाटा उनके पास होता है प्लस जो हॉस्पिटल की ओर से हमको ऑर्डर आता है उसी के हिसाब से हम दोनों कोऑर्डिनेट करके तो फिर स्टॉक आगे डिलीवर करते हैं। तो बात करें, अभी तक आप कितने रेडमिसफीर इंजेक्शन बेच चुके हैं? सर, इस महीने की बेटा कितना, इस महीने हमारी कितनी हुई बेटा बिलिंग? अच्छा, अगर एक मान लीजिए कोई डायरेक्ट पेशेंट आपके पास आ जाता है तो आप उसको भी रेडमिसफीर देते हैं? सिंगल वाइल नहीं हम देते हैं ऐसे सारा। कैसे देते हैं, वही तो पूछ रहा हूँ मैं। सर, पहले हमारे पास जो बिलिंग होती है हॉस्पिटल के नाम पे, सीधा डायरेक्ट केमी शॉप पे जाएगा, हॉस्पिटल की केमी शॉप की। उसके बाद हाँ जी, हाँ जी, हाँ जी। चलिए, ये देखिए, इनका कहना है कि हमारे पास जो इंजेक्शन अभी स्टॉक ख़त्म है, लेकिन 600 इंजेक्शन जल्दी ही पहुंच जाएंगे और जैसे जैसे ड्रग अथॉरिटी कहेगी वैसे हम डिस्ट्रीब्यूट करेंगे। बात करेंगे ड्रग अथॉरिटी के साथ, उनका क्या कहना है। हमारे साथ हैं डिस्ट्रिक्ट ड्रग अथॉरिटी करुण सुचदेवा, इनसे बात करते हैं। करुण जी, नमस्कार। नमस्कार जी। करुण जी, रेमडेसिविर ਨੂੰ ਲੈ ਕੇ ਬਹੁਤ ਜ਼ਿਆਦਾ ਭ੍ਰਾਂਤੀਆਂ ਬਣੀਆਂ। ਸਾਨੂੰ ਵੀ ਕਈ ਲੋਕ ਸੰਪਰਕ ਕਰਦੇ हैं, कुछ ਕਹਿੰਦੇ ਵੀ 10,000 ਦਾ ਮਿਲ ਰਿਹਾ ਇੰਜੈਕਸ਼ਨ, ਕੋਈ 15,000 ਚ ਵੀ ਲੈਣ ਨੂੰ ਤਿਆਰ ਹੈ। ਕੀ ਸਥਿਤੀ ਬਣੀ ਹੋਈ ਹੈ ਤੇ ਡਿਪਾਰਟਮੈਂਟ ਇਹਨੂੰ ਸਮੂਥ ਲਾਈਨ ਕਰਨ ਵਾਸਤੇ ਕੀ ਕਰ ਰਿਹਾ ਹੈ? ਦੇਖੋ ਜੀ, ਜਦੋਂ ਕਿਸੇ ਚੀਜ਼ ਦੀ ਡਿਮਾਂਡ ਵੱਧਦੀ ਹੈ ਤੇ ਸਪਲਾਈ ਘੱਟ ਹੁੰਦੀ ਹੈ ਤੇ ਸ਼ਾਰਟੇਜ ਤੇ ਹੁੰਦੀ ਹੈ, ਤੇ ਇੱਕ ਪ੍ਰਕਿਰਤੀ ਦਾ ਨਿਯਮ ਹੈ। ਫਿਰ ਜਿਹੜੀ ਗਵਰਨਮੈਂਟ ਹੈ ਉਸ ਚੀਜ਼ ਨੂੰ ਰੈਗੂਲੇਟ ਕਰਨ ਵਾਸਤੇ ਉਹਦੀ ਸਪਲਾਈ ਵਧਾਉਣ ਦੀ ਕੋਸ਼ਿਸ਼ ਕਰਦੀ ਹੈ। ਇੱਦਾਂ ਹੀ ਹੁਣ ਇੱਕ ਰੈਮਡੇਸਿਵਿਰ ਇੱਕ ਇੰਜੈਕਸ਼ਨ ਹੈ ਜੋ ਕਿ ਪਹਿਲੇ ਕੋਵਿਡ ਦੇ ਵਿੱਚ, ਕੋਵਿਡ ਤੋਂ ਪਹਿਲੇ ਹੋਰ ਵੀ ਕਿਸੇ ਬਿਮਾਰੀਆਂ 'ਚ ਯੂਜ਼ ਕੀਤਾ ਜਾਂਦਾ ਸੀਗਾ, ਪਰ ਹੁਣ ਕੋਵਿਡ ਦੇ ਵਿੱਚ ਇਹਨੂੰ ਐਮਰਜੈਂਸੀ ਯੂਜ਼ ਵਾਸਤੇ ਅਪਰੂਵ ਕੀਤਾ ਗਿਆ। ਹੁਣ ਉਹ ਇੰਜੈਕਸ਼ਨ ਜਿਹੜਾ ਹੈ ਬਹੁਤ ਰੇਅਰਲੀ ਯੂਜ਼ ਹੁੰਦਾ ਸੀਗਾ। ਹੁਣ ਜਿਹੜੀ ਕੋਵਿਡ ਦੀ ਨਵੀਂ ਵੇਵ ਆਈ ਹੈ ਉਸ ਕਰਕੇ ਜਿਹੜਾ ਉਹਦੇ 'ਚ ਯੂਜ਼ ਹੋਣ ਲੱਗ ਪਿਆ, ਅਤੇ ਡਾਕਟਰਸ ਦਾ ਮੰਨਣਾ ਹੈ ਕਿ ਇੰਜੈਕਸ਼ਨ ਇਫੈਕਟਿਵ ਹੈ
ਹਾਲਾਂਕਿ ਇਹ ਵੀ ਕੰਟਰਾਡਿਕਟਰੀ ਹੈ। ਕੁਝ ਗਰੁੱਪਸ ਕਹਿੰਦੇ ਆ ਕਿ ਇਫੈਕਟਿਵ ਹੈ, ਕੁਝ ਗਰੁੱਪ ਆਫ ਡਾਕਟਰਸ ਕਹਿੰਦੇ ਕਿ ਇਫੈਕਟਿਵ ਨਹੀਂ ਹੈ। ਪਰ ਪ੍ਰਿੰਸੀਪਲ ਮੈਡੀਕਲ ਕਾਲਜ ਨਾਲ ਗੱਲ ਕੀਤੀ ਸੀ, ਉਹ ਵੀ ਕਹਿੰਦੇ ਵੀ WHO ਦੀ ਸਟੱਡੀ ਹੈ ਵੀ ਇਹਦੀ ਕੋਈ ਬਹੁਤ ਜ਼ਿਆਦਾ ਰੋਲ ਨਹੀਂ ਹੈ। ਬਿਲਕੁਲ ਜੀ, ਬਿਲਕੁਲ। ਅਸੀਂ ਵੀ ਅਲੱਗ-ਅਲੱਗ ਸਟੱਡੀਜ਼ ਪੜ੍ਹਦੇ ਹਾਂ ਤੇ ਕਈ ਸਟੱਡੀਜ਼ ਤੇ ਕਹਿੰਦੀਆਂ ਕਿ ਬਿਲਕੁਲ ਵੀ ਇਫੈਕਟਿਵ ਨਹੀਂ ਹੈ। ਬਟ ਹੁਣ ਇਹ ਦੇਖਣ 'ਚ ਆ ਰਿਹਾ ਕਿ ਜਿੰਨੇ ਵੀ ਕੋਵਿਡ ਪੇਸ਼ੈਂਟਸ ਹਸਪੀਟਲ 'ਚ ਐਡਮਿਟਡ ਹੈਗੇ ਆ, ਉਹਨਾਂ ਦੇ ਵਿੱਚੋਂ 70 to 80% ਨੂੰ ਇਹ ਪ੍ਰਿਸਕ੍ਰਾਈਬ ਕੀਤਾ ਜਾ ਰਿਹਾ। ਤੇ ਇਹ ਵੀ ਸਾਡੇ ਧਿਆਨ 'ਚ ਆਇਆ ਹੈ ਕਿ ਡੋਜ਼ੇਜ ਵੀ ਜਿੰਨੀ ਰਿਕਮੈਂਡਡ ਹੈ ਉਸ ਤੋਂ ਵੀ ਜ਼ਿਆਦਾ ਡੋਜ਼ੇਜ ਜਿਹੜੀ ਹੈ ਉਹ ਡਾਕਟਰਸ ਦੇ ਰਹੇ ਆ। ਚਲੋ ਉਹਨਾਂ ਦੀ ਥਿਊਰੀ ਹੈ, ਜਿਸ ਹਿਸਾਬ ਨਾਲ ਅਸੀਂ ਉਹਦੇ 'ਤੇ ਕਮੈਂਟ ਨਹੀਂ ਕਰ ਸਕਦੇ, ਬਟ ਇਹਦੇ ਨਾਲ ਇਹਦੀ ਸ਼ਾਰਟੇਜ ਜਿਹੜੀ ਹੈ ਬਹੁਤ ਜ਼ਿਆਦਾ ਹੋ ਗਈ ਸੀਗੀ। ਫਿਰ ਗਵਰਨਮੈਂਟ ਨੇ ਕਈ ਸਟੈਪਸ ਲਿੱਤੇ ਇਹਦੀ ਜਿਹੜੀ ਰੈਗੂਲੇਟ ਕਰਨ ਦੀ ਕੋਸ਼ਿਸ਼ ਕੀਤੀ, ਨੋਡਲ ਆਫਿਸਰਸ ਵੀ ਅਪਾਇੰਟ ਕੀਤੇ ਤੇ ਬਟ ਫਿਰ ਵੀ ਸ਼ਾਰਟੇਜ ਤੇ ਹੈ ਹੀ ਹੈ ਤੇ ਇਹਦੇ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ। ਦੇਖੋ ਇਹਦੀ ਬਲੈਕ ਮਾਰਕੀਟਿੰਗ ਦੀ ਜਿਹੜੀ ਕੀਤੀ ਜਾ ਰਹੀ ਹੈ ਇਹ ਕਿੱਥੋਂ ਤੱਕ ਠੀਕ ਹੈ? ਤੁਹਾਡੀ ਕੀ ਨੋਟਿਸ ਹੈ ਵੀ ਬਲੈਕ ਮਾਰਕੀਟਿੰਗ ਹੋ ਰਹੀ ਦੀ? ਸਾਨੂੰ ਸੁਣਨ 'ਚ ਆਇਆ ਸੀਗਾ, ਕੋਈ ਪੁਖਤਾ ਸਬੂਤ ਤੇ ਨਹੀਂ ਮਿਲੇ, ਬਟ ਸਾਡੇ ਸੁਣਨ 'ਚ ਆਇਆ ਸੀਗਾ ਕਿ ਬਲੈਕ ਮਾਰਕੀਟਿੰਗ ਹੋ ਰਹੀ ਹੈ ਤੇ ਗਵਰਨਮੈਂਟ ਦੇ ਧਿਆਨ 'ਚ ਵੀ ਆਇਆ ਸੀਗਾ ਤੇ ਸਬੂਤ ਤਾਂ ਚਲੋ ਸਾਨੂੰ ਨਹੀਂ ਮਿਲੇ। ਅਸੀਂ ਟਰਾਈ ਕੀਤਾ ਕਿ ਕਿੱਥੋਂ ਕੋਈ ਲੋਕ ਲੈ ਰਹੇ ਆ, ਇਸ ਕਰਕੇ ਗਵਰਨਮੈਂਟ ਨੇ ਇਹਦੇ 'ਚ ਨੋਡਲ ਆਫਿਸਰਸ ਅਪਾਇੰਟ ਕਰ ਦਿੱਤੇ। ਹੁਣ ਨੋਡਲ ਆਫਿਸਰਸ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਗਿਆ ਤੇ ਇਸ ਕਰਕੇ ਹੁਣ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜਿਹਦੇ ਵਿੱਚ ਇੱਕ ਉਹ ਨੋਡਲ ਆਫਿਸਰ ਜੋ ਕਿ ਮੈਂ ਸੀਗਾ, ਇੱਕ DC ਆਫਿਸ ਦੇ ਕੋਈ ਆਫਿਸਰ ਤੇ ਇੱਕ ਸਿਵਲ ਸਰਜਨ ਆਫਿਸ ਦੇ ਜਿਹੜੇ ਕੋਈ ਵੀ ਆਫਿਸਰ ਜਿਹੜੇ ਹੈ ਉਹ ਰਿਪਰੈਜ਼ੈਂਟੇਟਿਵ ਉਹਦੇ ਵਿੱਚ ਕਮੇਟੀ 'ਚ ਪੈਣਗੇ। ਆ ਕੱਲ੍ਹ ਹੀ ਆਰਡਰਸ ਆਏ ਆ ਤੇ ਉਹ ਕਮੇਟੀ ਬਣ ਜਾਏਗੀ ਤੇ ਉਹੀ ਐਲੋਕੇਟ ਕਰੇਗੀ ਕਿ ਕਿਹੜੇ ਹਸਪੀਟਲ ਨੂੰ ਜਿਹੜੀ ਹੈ ਇਹ ਜਾ ਰਹੀ ਹੈ। ਤੇ ਜਦੋਂ ਦਾ ਮੈਂ ਨੋਡਲ ਆਫਿਸਰ ਬਣਿਆ ਅਸੀਂ ਇਨਸ਼ੋਰ ਕੀਤਾ ਹੈ ਕਿ ਬਿਲਕੁਲ ਵੀ ਇਹਦੇ 'ਚ ਕੋਈ ਵੀ ਬਲੈਕ ਮਾਰਕੀਟਿੰਗ ਨਾ ਹੋਏ। ਅਸੀਂ ਟੋਟਲ ਜਦੋਂ ਸਟਾਕਿਸਟ ਕੋ ਸਟਾਕ ਆਉਂਦਾ ਸਾਨੂੰ ਇੰਟੀਮੇਸ਼ਨ ਆ ਜਾਂਦੀ ਹੈ, ਸਟਾਕਿਸਟ ਸਾਨੂੰ ਇੰਟੀਮੇਟ ਕਰਦਾ ਕਿ ਮੇਰੇ ਕੋਲ ਸਟਾਕ ਆ ਗਿਆ। ਅਸੀਂ ਉਸ ਤੋਂ ਬਾਅਦ ਹਸਪੀਟਲ ਦੀ ਪੇਸ਼ੈਂਟ ਵਾਈਜ਼ ਡਿਟੇਲ ਦੇ ਕੇ ਕਿ ਕਿੰਨੇ ਪੇਸ਼ੈਂਟ ਹੁੰਦੇ ਆ ਅਸੀਂ ਉਹ ਰੈਮਡੇਸਿਵਿਰ ਜਿਹੜੀ ਹੈ ਹਸਪੀਟਲਸ ਨੂੰ ਐਲੋਕੇਟ ਕਰ ਦੇਦੀ ਹੈ। ਉਸ ਤੋਂ ਬਾਅਦ ਫਿਰ ਮੈਂ ਪਰਸਨਲੀ ਜੋ ਮੇਰਾ ਰੋਲ ਹੈ, ਮੈਂ ਸਾਰੇ ਹਸਪੀਟਲ 'ਚ ਜਿਹੜੇ ਮੇਜਰ ਡਾਕਟਰਸ ਹੈ ਉਹਨਾਂ ਨਾਲ ਗੱਲ ਕਰਕੇ ਤੇ ਇਨਸ਼ੋਰ ਕਰ ਲੈਣਾ ਕਿ ਰਸਤੇ 'ਚ ਕਿਤੇ ਲੀਕੇਜ ਨਾ ਹੋਏ। ਉਹ ਡਾਕਟਰਸ ਆਪਣੇ ਚੈੱਕ ਕਰ ਲੈਂਦੇ ਕਿ ਸਾਡੇ ਸਟੋਰਸ ਦੇ ਵਿੱਚ ਉਹ ਰੈਮਡੇਸਿਵਿਰ ਪਹੁੰਚ ਗਈ ਹੈ ਤਾਂ ਕੋਈ ਲੀਕੇਜ ਪੁਆਇੰਟ ਨਾ ਰਹੇ ਤਾਂ ਕਿ ਜਿਹੜੀ ਹੈ ਉਹ ਬਲੈਕ ਨਾ ਹੋਏ। ਕਿਆ ਤੁਸੀਂ ਸਮਝਦੇ ਹੋ ਇਹ ਵੀ ਇਹਦਾ ਬਲੈਕ ਦਾ ਰੀਜ਼ਨ ਹੈ ਕਿ ਕੰਪਨੀਆਂ ਨੇ ਕੁਝ ਸਟਾਕਿਸਟ ਪੁਆਇੰਟ ਕੀਤੇ ਹੋਏ ਹੈ? ਕੋਈ ਰੈਸ਼ਨਲਾਈਜੇਸ਼ਨ ਨਹੀਂ ਹੈਗੀ ਕੰਪਨੀਆਂ ਵੱਲੋਂ, ਕਿਸੇ ਨੂੰ ਤੇ ਜ਼ਿਆਦਾ ਮਾਲ ਦਿੱਤਾ ਜਾ ਰਿਹਾ, ਇੰਜੈਕਸ਼ਨ ਦਿੱਤੇ ਜਾ ਰਹੇ ਤੇ ਕਿਸੇ ਨੂੰ ਬਿਲਕੁਲ ਨਹੀਂ ਭੇਜਿਆ ਜਾ ਰਿਹਾ ਤੇ ਜਿਹਦੇ ਕੋਲ ਆ ਰਿਹਾ ਉਹ ਜ਼ਿਆਦਾ ਭਾਵ ਤੇ ਸਮਾਨ ਵੇਚ ਰਿਹਾ, ਕਿ ਇਸ ਤਰ੍ਹਾਂ ਦੀ ਗੱਲ ਹੈਗੀ? ਮੈਂ ਇੱਕ ਕੰਪਨੀ ਦਾ ਨਾਮ ਨਹੀਂ ਲਵਾਂਗਾ, ਮੈਂ ਉਹਨਾਂ ਦੇ ਜਿਹੜੇ ਏਰੀਆ ਦੇ ਮੈਨੇਜਰ ਸੀਗੇ ਉਹਨਾਂ ਨਾਲ ਗੱਲ ਕੀਤੀ ਫਿਊ ਡੇਜ਼ ਬੈਕ ਜਦੋਂ ਇਹ ਸਾਡੇ ਕੋਲ ਚਾਰਜ ਨਹੀਂ ਸੀਗਾ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਟ ਇਜ਼ ਆਵਰ ਡਿਸਕ੍ਰਿਸ਼ਨ ਕਿ ਅਸੀਂ ਕਿਹਨੂੰ ਦਈਏ ਕਿਹਨੂੰ ਨਾ ਦਈਏ। ਫਿਰ ਇਹ ਚੀਜ਼ ਜਿਹੜੀ ਹੈ ਗਵਰਨਮੈਂਟ ਦੇ ਧਿਆਨ 'ਚ ਆਉਂਦੀ। ਦੇਖੋ ਉੱਥੇ ਜਿਹੜੇ ਆਫਿਸਰਸ ਹਾਈ ਲੈਵਲ ਤੇ ਬੈਠੇ ਆ ਉਹ ਸਾਡੇ ਤੋਂ ਕਈ ਗੁਣਾ ਅੱਗੇ ਉਹਨਾਂ ਦੀ ਸੋਚ ਹੈ। ਉਹਨਾਂ ਨੇ ਜਿੰਨੀ ਡਿਸਟ੍ਰੀਬਿਊਸ਼ਨ ਹੈ ਹੁਣ ਉਹਨਾਂ ਕੋਲੋਂ ਅਪਰੂਵ ਹੋ ਕੇ ਹੀ ਆਉਂਦੀ ਹੈ, ਇਸ ਕਰਕੇ ਇਸ ਪਾਰਟ ਦਾ ਜਿਹੜਾ ਹੈ ਵੀ ਖਤਮ ਹੋ ਗਿਆ। ਸਾਡੇ ਕਮਿਸ਼ਨਰ ਸਾਹਿਬ ਜਿਹੜੇ ਹੈਗੇ ਆ, ਕਮਿਸ਼ਨਰ ਫੂਡ ਐਂਡ ਡਰੱਗ ਕੁਮਾਰ ਰਾਹੁਲ ਜੀ, ਉਹ ਅਪਰੂਵ ਕਰਦੇ ਆ ਤੇ ਫਿਰ ਹੀ ਕੋਈ ਸਟਾਕਿਸਟ ਪੂਰੇ ਪੰਜਾਬ ਦੇ ਵਿੱਚ ਸਪਲਾਈ ਕਰ ਸਕਦਾ। ਉਹਨਾਂ ਦੀ ਅਪਰੂਵਲ ਤੋਂ ਬਿਨਾ ਸਪਲਾਈ ਨਹੀਂ ਹੋ ਸਕਦੀ। ਜੇ ਕਿਸੇ ਕੰਪਨੀ ਕੋਈ ਬਾਇਸਡ ਡਿਸੀਜਨ ਲੈ ਰਹੀ ਹੈ ਤੇ ਉਹ ਵੀ ਉਹਨਾਂ ਦੇ ਧਿਆਨ ਦੇ ਵਿੱਚ ਆ ਜਾਏਗਾ। ਉਹ ਹਰ ਚੀਜ਼ ਨੂੰ ਪਰਸਨਲੀ ਮੋਨੀਟਰ ਕਰ ਰਹੇ ਆ। ਅੱਛਾ, ਜਿਸ ਤਰ੍ਹਾਂ ਕਿਸੇ ਕੋਲ ਸਮਾਨ ਆਉਂਦਾ, ਮੰਨ ਲਓ ਇੰਜੈਕਸ਼ਨ 500 ਇੰਜੈਕਸ਼ਨ ਹੋਲਸੇਲ ਮਾਰਕੀਟ 'ਚ ਆਏ, ਕਿਆ ਇਮੀਡੀਏਟ ਸੂਚਨਾ ਤੁਹਾਡੇ ਕੋਲ ਆ ਜਾਂਦੀ ਹੈ ਵੀ 500 ਇੰਜੈਕਸ਼ਨ ਆਏ ਹੈ ਤੇ ਇਹਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕੀਤਾ ਜਾਂਦਾ? ਫਿਰ ਇੰਜੈਕਸ਼ਨ ਪਹੁੰਚਣ ਤੋਂ ਪਹਿਲੇ ਹੀ ਸੂਚਨਾ ਆ ਜਾਂਦੀ ਹੈ ਜੀ। ਤੇ ਫਿਰ ਉਹਨੂੰ ਡਿਸਟ੍ਰੀਬਿਊਟ ਕਿੱਦਾਂ ਕਰਵਾਉਂਦੇ ਤੁਸੀਂ? ਮੰਨ ਲਓ ਕਿਸੇ ਪੇਸ਼ੈਂਟ ਨੂੰ, ਮੇਰੇ ਕਿਸੇ ਪੇਸ਼ੈਂਟ ਨੂੰ ਚਾਹੀਦਾ, ਮੈਂ ਕਿਆ ਬਾਜ਼ਾਰ 'ਚੋਂ ਜਾ ਕੇ ਖਰੀਦ ਸਕਦਾ ਇੰਜੈਕਸ਼ਨ? ਨਹੀਂ ਜੀ, ਪੇਸ਼ੈਂਟ ਹੁਣ ਅਸੀਂ ਇੱਕ ਫਾਰਮ ਜਿਹੜਾ ਸਾਰੇ ਹਸਪੀਟਲ ਨੂੰ ਡਿਸਟ੍ਰੀਬਿਊਟ ਕਰਤਾ ਅੱਜ ਸਵੇਰੇ। ਹਸਪੀਟਲ ਇੱਕ ਈਮੇਲ ਆਈਡੀ ਦੇ ਦਿੱਤੀ ਗਈ ਹੈ, ਹਸਪੀਟਲ ਆਪਣੀ ਜਿਹੜੀ ਰਿਕੁਐਸਟ ਹੈ ਉਹਦੇ 'ਤੇ ਭੇਜ ਦਿੰਦੇ ਆ। ਪੇਸ਼ੈਂਟ ਨੇਮ ਕਿਹੜਾ ਡੇ ਹੈ ਕੀ ਹੈ ਸਾਰਾ ਕੁਝ ਉਹ ਅਸੀਂ ਇਹ ਫਾਰਮ ਬਣਾਇਆ, ਸਾਰੇ ਹਸਪੀਟਲਸ ਨੂੰ ਉਹ ਪ੍ਰੋਵਾਈਡ ਕਰਵਾਤਾ ਗਿਆ ਤੇ ਉਹ ਜਿਹੜਾ ਹਸਪੀਟਲ ਨੂੰ ਹੀ ਅਸੀਂ ਸਪਲਾਈ ਕਰਾਵਾਂਗੇ। ਕਈ ਜਗ੍ਹਾ 'ਤੇ ਇਹ ਪ੍ਰੋਬਲਮ ਹੈ ਕਿ ਟਰੇਡਰਸ ਦੀ ਤੇ ਹਸਪੀਟਲ ਦੀ ਆਪਸ 'ਚ ਪੇਮੈਂਟ ਆਈ ਆਪਣੀ ਹੋ ਪਾਉਂਦਾ। ਹੁਣ ਬੀਇੰਗ ਗਵਰਨਮੈਂਟ ਆਫਿਸਰਸ ਅਸੀਂ ਉਹਦੇ 'ਚ ਇੰਟਰਵੀਨ ਨਹੀਂ ਕਰ ਸਕਦੇ ਤੇ ਉਸ ਕੇਸ ਦੇ ਵਿੱਚ ਜੇ ਟਰੇਡਰ ਕਹਿੰਦਾ ਹੈ ਕਿ ਮੈਂ ਉਸ ਹੋਲਸੇਲਰ ਉਹ ਜਿਹੜਾ ਹਸਪੀਟਲ ਹੈ ਮੈਨੂੰ ਪੇਮੈਂਟ ਨਹੀਂ ਕਰਦਾ, ਫਿਰ ਅਸੀਂ ਵਿੱਚ ਇੰਟਰਵੀਨ ਕਰਕੇ ਤੇ ਉਹਨਾਂ ਦੀ ਆਪਸ ਦੇ ਵਿੱਚ ਫੈਸਿਲਿਟੇਸ਼ਨ ਕਰਵਾ ਦਿੰਦੇ ਹਾਂ ਤੇ ਇਹ ਕਹਿ ਦਿੰਦੇ ਕਿ ਜਿਹੜੇ ਪੇਸ਼ੈਂਟ ਨੂੰ ਨੀਡ ਹੈਗੀ ਆ ਉਹ ਪੇਮੈਂਟ ਜਿਹੜੀ ਆ ਸਿੱਧਾ ਜਾ ਕੇ ਹੋਲਸੇਲਰ ਨੂੰ ਕਰ ਲੇ ਤੇ ਆਪਣੇ ਹਸਪੀਟਲ ਨਾਲ ਟਾਈ ਅਪ ਕਰ ਲੇ। ਕੁੱਲ ਮਿਲਾ ਕੇ ਕਿਆ ਇਹਦੀ ਸ਼ਾਰਟੇਜ ਹੈ ਹੁਣ ਵੀ ਕਿ ਸ਼ਾਰਟੇਜ ਇਹਦੀ ਖਤਮ ਹੋ ਗਈ? ਦੇਖੋ ਜੀ, ਅੰਮ੍ਰਿਤਸਰ ਦੀ ਡਿਮਾਂਡ ਹੈ ਅਪਰੋਕਸੀਮੇਟਲੀ 500 ਇੰਜੈਕਸ਼ਨ ਪਰ ਡੇ ਤੇ ਸਾਨੂੰ ਆ ਰਹੇ ਆ ਨਾਟ ਮੋਰ ਦੈਨ 50 to 60 ਇੰਜੈਕਸ਼ਨ। ਤਾਂ ਇੱਕ ਬੜੀ ਕਲੀਅਰ ਕੱਟ ਫਿਗਰ ਹੈ ਕਿ ਇਹਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ। ਪਰ ਗਵਰਨਮੈਂਟ ਨੇ ਸਾਨੂੰ ਜਿਹੜੇ ਹਾਇਰ ਆਫਿਸਰਸ ਹੈਗੇ ਆ
ਉਹਨਾਂ ਨੇ ਵਿਸ਼ਵਾਸ ਦਿਲਾਇਆ ਹੈ ਕਿ ਵਿਦਿਨ 2-3 ਡੇਜ਼ ਇਹ ਸ਼ਾਰਟੇਜ ਜਿਹੜੀ ਹੈ ਪੂਰੀ ਕਰਤੀ ਜਾਏਗੀ। धन्यवाद। ये देखिए इनकी ओर से एक फॉर्म अब ये बनाया गया है, ये वो फॉर्म है जो अस्पताल भर कर देगा और इसी आधार पर उसको इंजेक्शन मिलेंगे। इनका कहना है कि पूरी जो डिमांड है वो पहले हॉस्पिटल की तरफ से स्टॉकिस्ट को जाती है, फिर वहाँ से उसको सप्लाई होता है इंजेक्शन, सीधे जाकर इसे को खरीद नहीं सकता। ब्लैक मार्केटिंग ना हो इसे लेकर भी ये पुख्ता इंतजाम किए गए हैं, लेकिन आप समझ सकते हैं जो सप्लाई कम है, डिमांड अधिक है और शॉर्टेज इसलिए है। हमारी उन लोगों को भी ताकीद है, सरकार इस समय बहुत सख्त हो चुकी है, जो लोग इसकी कालाबाजारी करते हैं वो समझ लें कि अब उनकी खैर नहीं है। अमृतसर से D4 न्यूज़ के लिए दीपक भंडारी की खास रिपोर्ट।